ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੁਸਤਕ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਭਾਗ ਚੌਥਾ। ਲੇਖਕ ਸਰਦਾਰ ਮਹਿੰਦਰ ਸਿੰਘ ਜੋਸ਼, ਆਵਾਜ਼ ਸੰਦੀਪ ਸਿੰਘ ਖਾਲੜਾ। ਕਾਹਨਾ ਪੀਲੋ ਆਦਿਕ ਭਗਤ। ਉਂਝ ਤਾਂ ਪ੍ਰੋਫੈਸਰ ਸਾਹਿਬ ਸਿੰਘ ਆਦਿਕ ਵਿਦਵਾਨਾਂ ਦੀਆਂ ਨਵੀਨ ਖੋਜਾਂ ਸਿੱਧ ਕਰ ਚੁੱਕੀਆਂ ਹਨ ਕਿ ਬਾਣੀ ਦੀ ਸੰਭਾਲ ਦਾ ਕੰਮ ਪਹਿਲੇ ਜਾਮੇ ਤੋਂ ਹੀ ਗੁਰੂ ਨਾਨਕ ਦੇਵ ਜੀ ਨੇ ਆਰੰਭ ਦਿੱਤਾ ਸੀ। ਭਗਤ ਬਾਣੀ ਵੀ ਆਪ ਜੀ ਨੇ ਇਕੱਤਰ ਕਰਕੇ ਆਪਣੀ ਬਾਣੀ ਨਾਲ ਹੀ ਰੱਖ ਲਈ ਸੀ। ਮਗਰਲੇ ਜਾਮਿਆਂ ਦੀ ਬਾਣੀ ਸਮੇਂ ਅਨੁਸਾਰ ਉਸ ਵਿੱਚ ਸ਼ਾਮਲ ਕੀਤੀ ਜਾਂਦੀ ਰਹੀ ਅਤੇ ਗੁਰਗੱਦੀ ਦੀ ਅਗਲੇ ਜਾਮੇ ਨੂੰ ਸੌਂਪਣਾ ਸਮੇਂ ਇਹ ਸਾਰੀ ਬਾਣੀ ਦਾ ਸੰਗ੍ਰਹਿ ਵੀ ਦੇ ਦਿੱਤਾ ਜਾਂਦਾ ਰਿਹਾ। ਗੁਰੂ ਅਰਜਨ ਦੇਵ ਜੀ ਨੇ ਆਪ ਬੜੀ ਵੱਡੀ ਮਿਕਦਾਰ ਵਿੱਚ ਬਾਣੀ ਦੀ ਰਚਨਾ ਕੀਤੀ ਸੀ। ਆਪ ਜੀ ਨੇ ਆਪਣੇ ਤੋਂ ਪਹਿਲੇ ਦੇ ਗੁਰੂ ਜਾਮਿਆਂ ਦੀ ਬਾਣੀ ਭਗਤ ਕਬੀਰ, ਨਾਮਦੇਵ, ਰਵਿਦਾਸ, ਸ਼ੇਖ ਫਰੀਦ ਆਦਿਕ ਮਹਾਂਪੁਰਖਾਂ ਦੀ ਬਾਣੀ ਨੂੰ ਸਮੂਹ ਮਨੁੱਖਤਾ ਦੀ ਰਹਿਨੁਮਾਈ ਲਈ ਤਰਤੀਬ ਦੇ ਕੇ ਲਿਖਵਾਇਆ। ਗੁਰੂ ਵਿਅਕਤੀਆਂ ਸਮੇਤ ਇਸ ਸੰਗ੍ਰਹਿ ਵਿੱਚ 34 ਮਹਾਂਪੁਰਖ ਵਿਅਕਤੀਆਂ ਦਾ ਕਲਾਮ ਹੋ ਗਿਆ, ਜਿਸ ਵਿੱਚ ਮਗਰੋਂ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਸ਼ਾਮਲ ਕੀਤੀ। ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੁੱਲ 35 ਮਹਾਂਪੁਰਖਾਂ ਦੀ ਬਾਣੀ ਸ਼ਾਮਲ ਹੋ ਗਈ। ਇਸ ਲੇਖ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਮਹਾਨਤਾ ਦਾ ਵਿਸਥਾਰ ਕਰਨਾ ਮਜ਼ਮੂਨ ਦੇ ਮੂਲ ਵਿਸ਼ੇ ਤੋਂ ਪਰੇ ਜਾਣ ਦੀ ਗੱਲ ਬਣ ਜਾਂਦੀ ਹੈ। ਸੋ ਉਸ ਲਈ ਤਾਂ ਅਡਰੇ ਲੇਖ ਵਿੱਚ ਹੀ ਵਿਚਾਰ ਪ੍ਰਗਟ ਕੀਤੇ ਜਾ ਸਕਦੇ ਹਨ। ਇੱਥੇ ਸਿਰਫ ਇਹ ਪ੍ਰਗਟ ਕਰ ਦੇਣਾ ਹੀ ਕਾਫੀ ਸਮਝਦੇ ਹਾਂ ਕਿ ਸੰਸਾਰ ਦੇ ਸਾਰੇ ਧਾਰਮਿਕ ਇਤਿਹਾਸ ਵਿੱਚ ਬਾਣੀ ਦਾ ਇਹ ਪਵਿੱਤਰ ਸੰਗ੍ਰਹਿ ਨਿਰੋਲ ਲਾਸਾਨੀ ਅਸਥਾਨ ਰੱਖਦਾ ਹੈ ਅਤੇ ਸਮੂਹ ਮਨੁੱਖਤਾ ਦੀ ਸਰਬ ਸਾਂਝੀ ਰਹਿਨੁਮਾਈ ਲਈ ਸਭ ਤੋਂ ਉਦੱਤੀ ਗਿਆਨ ਦਾ ਭੰਡਾਰ ਹੈ। ਇਸ ਵਿੱਚ ਸੰਪਾਦਿਤ ਵਿਚਾਰ ਸਰਬਕਾਲੀ ਅਤੇ ਸਰਵਦੇਸੀ ਹਨ। ਇਹਨਾਂ ਵਿਚਾਰਾਂ ਅਤੇ ਸਿਧਾਂਤਾਂ ਦਾ ਤ੍ਰੈਕਾਲ ਸੱਤ ਹੋਣਾ ਦੁਨੀਆ ਦੇ ਅਨੇਕਾਂ ਸੂਝਵਾਨ ਅਤੇ ਨਿਰਪੱਖ ਵਿਦਵਾਨ ਵੀ ਮੰਨ ਚੁੱਕੇ ਹਨ, ਚਾਹੇ ਉਹ ਖੁਦ ਗੈਰ ਸਿੱਖ ਵੀ ਕਿਉਂ ਨਾ ਹੋਣ। ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਦੀਵ ਕਾਲ ਲਈ ਗੁਰਗੱਦੀ ਦੇ ਦੇਣ ਪਿੱਛੋਂ ਤਾਂ ਸਾਰਾ ਸਿੱਖ ਜਗਤ ਲਾਜ਼ਮੀ ਤੌਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੂਹਰੇ ਨਤਮਸਤਕ ਹੁੰਦਾ ਹੈ। ਪਰ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੇ ਸਮੇਂ ਵੀ ਬਾਣੀ ਦੇ ਇਸ ਸੰਗ੍ਰਹਿ ਨੂੰ ਉੱਚ ਅਸਥਾਨ ਪ੍ਰਾਪਤ ਸੀ। ਗੁਰੂ ਅਰਜਨ ਦੇਵ ਜੀ ਖੁਦ ਆਪਣਾ ਆਸਨ ਸਦਾ ਹੀ ਗੁਰੂ ਗ੍ਰੰਥ ਸਾਹਿਬ ਤੋਂ ਨੀਵਾਂ ਰੱਖਦੇ ਸਨ। ਸਾਡੀ ਜਾਚੇ ਇਸ ਸੰਗ੍ਰਹਿ ਵਿੱਚ ਜੋ ਰਚਨਾ ਤੇ ਜੋ ਲਿਖਾਰੀ ਸ਼ਾਮਲ ਕੀਤੇ ਗਏ ਹਨ, ਉਹ ਦੋ ਕਸੌਟੀਆਂ ਉੱਤੇ ਪਰਖਣ ਉਪਰੰਤ ਤੇ ਪੂਰੇ ਉਤਰਨ ਉਪਰੰਤ ਹੀ ਇਸ ਵਿੱਚ ਅਸਥਾਨ ਪ੍ਰਾਪਤ ਕਰ ਸਕੇ। ਪਹਿਲੀ ਕਸੌਟੀ ਸੀ ਆਪਣੇ ਅਮਲੀ ਸੱਚੇ ਜੀਵਨ ਦੀ, ਜੋ ਕਹੇ ਕੁਝ ਤੇ ਕਮਾਏ ਕੁਝ। ਐਸੇ ਨਿਰੇ ਕਥਨੀ ਦੇ ਸੂਰੇ ਇਸ ਸੰਗ੍ਰਹਿ ਵਿੱਚ ਕੋਈ ਅਸਥਾਨ ਹਾਸਲ ਨਹੀਂ ਸਨ ਕਰ ਸਕਦੇ। ਦੂਜੀ ਕਸੌਟੀ ਸੀ ਵਿਚਾਰ ਦੀ, ਪ੍ਰਮੁੱਖ ਧਾਰਾ ਦੀ ਏਕਤਾ ਦੀ। ਕਿਉਂਕਿ ਇਸ ਸੰਗ੍ਰਹਿ ਵਿੱਚ ਲਗਭਗ 3 ਦਰਜਨ ਵਿਅਕਤੀਆਂ ਦੀ ਬਾਣੀ ਸ਼ਾਮਲ ਹੋ ਚੁੱਕੀ ਸੀ। ਇਹ ਜ਼ਰੂਰੀ ਸੀ ਕਿ ਵਿਚਾਰਾਂ ਦੀ ਏਕਤਾ ਕਾਇਮ ਰੱਖੀ ਜਾਏ। ਇੱਕ ਵਿਅਕਤੀ ਕੁਝ ਉਪਦੇਸ਼ ਕਰੇ, ਦੂਜਾ ਹੋਰ ਤੇ ਤੀਜਾ ਬਿਲਕੁਲ ਕੁਝ ਹੋਰ, ਤਾਂ ਇਸ ਸੰਗ੍ਰਹਿ ਦੇ ਸ਼ਰਧਾਲੂ ਕਿਸੇ ਸਿਰੇ ਲੱਗਣ ਦੀ ਥਾਂ ਭੰਬਲ ਭੂਸਿਆਂ ਵਿੱਚ ਹੀ ਫਸੇ ਰਹਿੰਦੇ। ਇਹਨਾਂ ਕਸੌਟੀਆਂ ਉੱਤੇ ਕੱਸਣ ਉਪਰੰਤ ਤੇ ਪੂਰਾ ਉਤਰਨ ਉਪਰੰਤ ਹੀ ਸੰਬੰਧਿਤ ਮਹਾਂਪੁਰਖ ਹੀ ਇਸ ਵਿੱਚ ਸ਼ਾਮਲ ਹੋ ਸਕੇ। ਭਾਵੇਂ ਇਸ ਅਸੂਲ ਦੀ ਪੂਰਤੀ ਲਈ ਗੁਰੂ ਜੀ ਨੂੰ ਬੜੀਆਂ ਵੱਡੀਆਂ ਕੀਮਤਾਂ ਅਦਾ ਕਰਨੀਆਂ ਪਈਆਂ। ਅਜਿਹੇ ਲਾਸਾਨੀ ਬਾਣੀ ਸੰਗ੍ਰਹਿ ਵਿੱਚ ਸ਼ਾਮਲ ਹੋਣ ਲਈ ਕਈ ਅਣਅਧਿਕਾਰੀ ਵਿਅਕਤੀਆਂ ਨੇ ਹੱਥ ਪੈਰ ਮਾਰਨੇ ਸ਼ੁਰੂ ਕੀਤੇ ਸਨ। ਇਹ ਹੱਥ ਪੈਰ ਉਹਨਾਂ ਨੇ ਮਾਰੇ ਅਤੇ ਪੂਰੇ ਯਤਨ ਨਾਲ ਮਾਰੇ, ਭਾਵੇਂ ਇਸ ਵਿੱਚ ਉਹਨਾਂ ਨੂੰ ਉੱਕਾ ਹੀ ਨਾ ਕਾਮਯਾਬ ਹੋਣਾ ਪਿਆ। ਅਜਿਹੇ ਅਣਅਧਿਕਾਰੀ ਪ੍ਰਾਣੀਆਂ ਦਾ ਗੁਰੂ ਸਾਹਿਬ ਨਾਲ ਨਾਰਾਜ਼ ਹੋ ਜਾਣਾ
ਬਿਲਕੁਲ ਕੁਦਰਤੀ ਸੀ, ਜੋ ਮਗਰੋਂ ਉਹਨਾਂ ਵੱਲੋਂ ਗੁਰੂ ਘਰ ਦੀ ਵਿਰੋਧਤਾ ਦੇ ਨਤੀਜੇ ਦੇ ਰੂਪ ਵਿੱਚ ਪ੍ਰਗਟ ਹੁੰਦਾ ਰਿਹਾ। ਬਾਣੀ ਦਾ ਸੰਗ੍ਰਹਿ ਤਿਆਰ ਕਰਨ ਸਮੇਂ ਕਾਹ੍ਨਾ, ਛੱਜੂ, ਪੀਲੋ ਤੇ ਸ਼ਾਹ ਹੁਸੈਨ ਆਦਿਕ ਪੰਜਾਬੀ ਭਗਤਾਂ ਦੇ ਗੁਰੂ ਦਰਬਾਰ ਵਿਖੇ ਹਾਜ਼ਰ ਹੋਣ ਦੇ ਹਵਾਲੇ ਮਿਲਦੇ ਹਨ। ਉਹ ਇਸ ਖਾਹਿਸ਼ ਨਾਲ ਗੁਰੂ ਸਾਹਿਬ ਪਾਸ ਹਾਜ਼ਰ ਹੋਏ ਸਨ ਕਿ ਉਹ ਆਪਣੀ ਕਵਿਤਾ ਨੂੰ ਬਾਣੀ ਸੰਗ੍ਰਹਿ ਵਿੱਚ ਸ਼ਾਮਲ ਕਰਵਾ ਲੈਣਗੇ। ਇਹਨਾਂ ਵਿੱਚੋਂ ਕੁਝ ਕੁ ਭਗਤਾਂ ਨੇ ਆਪਣੇ ਆਸ-ਪਾਸ ਦੇ ਦਾਇਰੇ ਅੰਦਰ ਵਾਹਵਾ ਭਲ ਬਣਾ ਰੱਖੀ ਸੀ ਅਤੇ ਆਪਣੇ ਆਤਮਦਰਸ਼ੀ ਹੋਣ ਦੀ ਵੀ ਬੇਬੁਨਿਆਦ ਗੱਲ ਵਜਾ ਰੱਖੀ ਸੀ। ਉਂਝ ਕੋਈ ਖਾਸ ਗੱਲ ਕੰਮ ਦੀ ਇਹਨਾਂ ਪਾਸ ਹੀ ਨਹੀਂ ਸੀ। ਕਾਹ੍ਨਾ ਗੁਰੂ ਘਰ ਦੇ ਇੱਕ ਹੋਰ ਵਿਰੋਧੀ ਚੰਦੂ ਸ਼ਾਹ ਦਾ ਰਿਸ਼ਤੇਦਾਰ ਸੀ। ਕਾਹ੍ਨੇ ਨੂੰ ਆਪਣੇ ਸਮਾਜਿਕ ਰੁਤਬੇ ਜਾਂ ਪੋਜੀਸ਼ਨ ਦਾ ਬੜਾ ਮਾਣ ਸੀ। ਕੁਦਰਤੀ ਲੱਗਦਾ ਸੀ। ਗੁਰੂ ਸਾਹਿਬ ਨੇ ਇਹਨਾਂ ਭਗਤਾਂ ਨੂੰ ਸਪਸ਼ਟ ਦੱਸ ਦਿੱਤਾ ਕਿ ਉਹਨਾਂ ਦੀ ਕਵਿਤਾ ਦੀ ਜਾਂਚ ਪੜਤਾਲ ਕਰਨ ਉਪਰੰਤ ਹੀ ਦੱਸਿਆ ਜਾ ਸਕਦਾ ਹੈ ਕਿ ਉਹ ਬਾਣੀ ਸੰਗ੍ਰਹਿ ਵਿੱਚ ਸ਼ਾਮਲ ਹੋ ਸਕਦੀ ਹੈ ਜਾਂ ਨਹੀਂ। ਨਿਰਪੱਖਤਾ ਤੇ ਧੜੇਬੰਦੀ ਤੋਂ ਨਿਰਲੇਪ ਰਹਿ ਕੇ ਕੇਵਲ ਉਪਰੋਕਤ ਦੋ ਕਸੌਟੀਆਂ ਉੱਤੇ ਪੂਰੀ ਉਤਰਨ ਪਿੱਛੋਂ ਹੀ ਕੋਈ ਰਚਨਾ ਇਸ ਸੰਗ੍ਰਹਿ ਵਿੱਚ ਸ਼ਾਮਲ ਹੋ ਸਕਦੀ ਸੀ। ਗੁਰੂ ਸਾਹਿਬ ਨੇ ਸਭ ਤੋਂ ਪਹਿਲਾਂ ਕਾਹ੍ਨੇ ਨੂੰ ਆਪਣੀ ਰਚਨਾ ਬੋਲਣ ਲਈ ਕਿਹਾ। ਕਾਹ੍ਨੇ ਨੇ ਆਪਣੀ ਰਚਨਾ ਦੀ ਪਹਿਲੀ ਪੰਕਤੀ ਇਉਂ ਉਚਾਰੀ, ਉਹੀ ਰੇ ਮੈਂ ਉਹੀ ਰੇ, ਜਾਕੋ ਵੇਦ ਪੁਰਾਣ ਜਸ ਗਾਵੇ, ਖੋਜ ਦੇਖੋ ਮਤ ਕੋਈ ਰੇ। ਵੇਦਾਂਤ ਦੀ ਛਾਂ ਪਈ ਹੋਣ ਕਾਰਨ ਕਾਹ੍ਨੇ ਨੇ ਉਪਰੋਕਤ ਵਿਚਾਰ ਗੁਰਬਾਣੀ ਦੀ ਪ੍ਰਮੁੱਖ ਸਿਧਾਂਤ ਧਾਰਾ ਨਾਲ ਮੇਲ ਨਹੀਂ ਸੀ ਖਾਂਦਾ। ਹਉਮੈ ਭਰੀ ਹੋਣ ਕਾਰਨ ਗੁਰਮਤਿ ਧਾਰਮੀਆਂ ਦੇ ਅਪਣਾਉਣ ਅਨੁਕੂਲ ਨਹੀਂ ਸੀ ਇਹ ਰਚਨਾ। ਗੁਰੂ ਸਾਹਿਬ ਨੇ ਕਾਹ੍ਨੇ ਨੂੰ ਹੋਰ ਅਗਲੀ ਲਾਈਨ ਕਹਿਣ ਤੋਂ ਵਰਜ ਦਿੱਤਾ ਅਤੇ ਉਸ ਦੀ ਰਚਨਾ ਨੂੰ ਸੰਗ੍ਰਹਿ ਵਿੱਚ ਥਾਂ ਦੇਣ ਤੋਂ ਆਪਣੀ ਮਜਬੂਰੀ ਦਾ ਇਜ਼ਹਾਰ ਕਰ ਦਿੱਤਾ। ਫਿਰ ਛੱਜੂ ਨੂੰ ਆਪਣੀ ਗੱਲ ਪੇਸ਼ ਕਰਨ ਲਈ ਕਿਹਾ। ਇਹ ਜਵਾਨ ਇਸਤਰੀ ਜ਼ਾਤੀ ਤੋਂ ਪੁਰਾਣੇ ਹਿੰਦੂ ਪ੍ਰਭਾਵ ਕਾਰਨ ਇਤਨਾ ਯਰਕਿਆ ਪਿਆ ਸੀ ਕਿ ਕਹਿ ਉੱਠਿਆ, ਕਾਗਦ ਸੰਧੀ ਪੂਤਰੀ ਤਉ ਨਾ ਤ੍ਰਿਆ ਨਿਹਾਰ। ਇਸਤਰੀ ਨੂੰ ਪੰਜ ਭੂਤਕ ਰੂਪ ਵਿੱਚ ਦੇਖਣਾ ਤਾਂ ਕਿਤੇ ਰਿਹਾ, ਇਸਤਰੀ ਦੀ ਤਸਵੀਰ ਜਾਂ ਮੂਰਤ ਤੋਂ ਹੀ ਇਸ ਭਗਤ ਦੇ ਪਸੀਨੇ ਛੁੱਟੇ ਪਏ ਸਨ। ਪਾਤਸ਼ਾਹ ਗੁਰੂ ਅਰਜਨ ਸਾਹਿਬ ਨੇ ਛੱਜੂ ਦੇ ਇਸ ਕਲਾਮ ਵਿੱਚ ਸੱਤ ਜਾਂ ਆਤਮਕ ਸਚਾਈ ਦੀ ਪੂਰੀ ਅਣਹੋਂਦ ਦੇਖੀ। ਪੂਰੀ ਤਰ੍ਹਾਂ ਨਾ ਮਨਜ਼ੂਰ ਕਰ ਦਿੱਤਾ ਗਿਆ। ਗੁਰਮਤਿ ਵਿੱਚ ਇਸਤਰੀ ਦਾ ਸ਼ੂਦਰ, ਗੰਵਾਰ, ਢੋਲ, ਪਸ਼ੂ, ਨਾਰੀ ਦੇ ਹਿੰਦੂ ਸਿਧਾਂਤ ਅਨੁਸਾਰ ਖੰਡਨ ਨਾ ਹੀ ਇਸ ਨੂੰ ਪੈਰ ਦੀ ਜੁੱਤੀ ਕਹਿ ਕੇ ਭੰਡਿਆ ਗਿਆ ਹੈ। ਇੱਥੇ ਤਾਂ ਜਿਨ ਜਿਨ ਨਾਮ ਤੇ ਆਇਆ ਤਿਨ ਕੇ ਕਾਜ ਸਰੇ ਵਾਲਾ ਆਲਮਗੀਰ ਸਿਧਾਂਤ ਦਿੱਤਾ ਗਿਆ ਸੀ। ਜਿਸ ਨਾਰੀ ਦੀ ਕੁੱਖ ਵਿੱਚੋਂ ਬੜੇ ਬੜੇ ਆਤਮਦਰਸ਼ੀ, ਖੋਜੀ, ਮਹਾਤਮਾ ਆਦਿਕ ਪੈਦਾ ਹੋਏ, ਉਸ ਨਾਰੀ ਨੂੰ ਮਾਇਆ ਦਾ ਚੇਤਨ ਰੂਪ ਕਹਿ ਕੇ ਭੰਡਣਾ ਗੁਰਮਤਿ ਸਿਧਾਂਤ ਦੇ ਖਿਲਾਫ ਸੀ। ਖਵਾ ਨਾਰੀ ਹੈ, ਖਵਾ ਪੁਰਖ ਹਰ ਕਿਸੇ ਦੇ ਕਰਮ ਅਥਵਾ ਕਮਾਈ ਦੇ ਆਧਾਰ ਤੇ ਨਿਰਣਾ ਹੋਣਾ ਚਾਹੀਦਾ ਹੈ। ਇਹ ਗੁਰਮਤਿ ਸਿਧਾਂਤ ਹੈ। ਪੀਲੋ ਭਗਤ ਦੀ ਵਾਰੀ ਆਈ। ਉਸਨੇ ਕੁੱਲ ਲਿਕਾਈ ਨੂੰ ਨਿਰਾਸ਼ਤਾ ਅਤੇ ਆਤਮਹੀਨਤਾ ਦੀ ਡੂੰਘੀ ਖੱਡ ਵਿੱਚ ਸੁੱਟਣ ਲਈ ਕਿਆ ਲਾਜਵਾਬ ਤੋਹਫਾ ਪੇਸ਼ ਕੀਤਾ। ਅਸਾਂ ਨਾਲੋਂ ਸੇ ਭਲੇ ਜੰਮਦਿਆਂ ਮਰ ਗਏ, ਚਿੱਕੜ ਪੈਰ ਨਾ ਬੋੜਿਆ ਨਾ ਆਲੂਦ ਭਏ। ਪਾਤਸ਼ਾਹ ਗੁਰੂ ਅਰਜਨ ਦੇਵ ਨੂੰ ਕਹਿਣਾ ਪਿਆ, ਪੀਲੋ ਜੀ, ਇਸ ਵਿੱਚ ਜਗਤ ਭਲਾਈ ਤੇ ਚੜ੍ਹਦੀ ਕਲਾ ਦਾ ਸੰਦੇਸ਼ ਹੋਣ ਦੀ ਥਾਂ ਘੋਰ ਢਹਿੰਦੀ ਕਲਾ ਵੱਲ ਲਿਜਾਣ ਦਾ ਮਾਰਗ ਦੱਸਿਆ ਗਿਆ ਹੈ। ਇਹ ਕੁਲੱਖਣਾ ਉਪਦੇਸ਼ ਮਨੁੱਖ ਜਾਤੀ ਦੇ ਗਲ ਕਿਵੇਂ ਪਾਇਆ ਜਾ ਸਕਦਾ ਹੈ। ਪਾਤਸ਼ਾਹ ਗੁਰੂ ਨਾਨਕ ਦੇਵ ਨੇ ਜਗ ਨੂੰ ਸੱਚੇ ਦੀ ਕੋਠੜੀ ਕਿਹਾ ਹੈ। ਧਰਤੀ ਰੂਪੀ ਕਾਇਆ ਸਾਧ ਕੇ ਕਰਤਾਰ ਰੂਪੀ ਬੀਜ ਪਾਉਣ ਦੀ ਪ੍ਰੇਰਣਾ ਕੀਤੀ ਹੈ। ਗੁਰਮਤਿ ਸੰਦੇਸ਼ ਤਾਂ ਐਉਂ ਹੈ, ਦੁੱਖ ਨਾਹੀ ਸਭ ਸੁਖ ਹੀ ਹੈ ਰੇ, ਏਕੈ ਏਕੀ ਨੇਤੈ, ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਹਾਰ ਨਹੀਂ ਸਭ ਜੇਤੈ। ਕਿਸੇ ਲਿਹਾਜ਼ ਮੁਲਾਜ਼ੇ ਨਾਲ ਤਾਂ ਕਿਸੇ ਦਾ ਕਲਾਮ
ਇਸ ਬਾਣੀ ਸੰਗ੍ਰਹਿ ਵਿੱਚ ਚੜ ਨਹੀਂ ਸੀ ਸਕਦਾ। ਸ਼ਾਹ ਹੁਸੈਨ ਆਪ ਹੀ ਸਾਰੀ ਗੱਲ ਸਮਝ ਗਿਆ ਅਤੇ ਆਪਣੀ ਕਮਜ਼ੋਰੀ ਨੂੰ ਭਾਂਪ ਕੇ ਇਹ ਕਹਿ ਕੇ ਵਾਪਸ ਹੋ ਤੁਰਿਆ, ਚੁੱਪ ਵੇ ਅੜਿਆ, ਚੁੱਪ ਵੇ ਅੜਿਆ, ਬੋਲਣ ਦੀ ਨਹੀਂ ਜਾਵੇ ਅੜਿਆ। ਪਰ ਕਾਹ੍ਨੇ ਆਦਿਕ ਭਗਤਾਂ ਨੇ ਇਸ ਗੱਲ ਵਿੱਚ ਆਪਣੀ ਹੇਠੀ ਸਮਝੀ। ਕਾਹ੍ਨੇ ਨੇ ਚੰਦੂ ਸ਼ਾਹ ਨਾਲ ਆਪਣੀ ਰਿਸ਼ਤੇਦਾਰੀ ਦੇ ਮਾਣ ਉੱਤੇ ਕੁਝ ਵੱਧ ਘੱਟ ਕੁਵਚਨ ਵੀ ਬੋਲੇ ਤੇ ਧਮਕੀਆਂ ਦੇਣ ਦਾ ਨਿਰਰਥਕ ਯਤਨ ਵੀ ਕੀਤਾ। ਇਸ ਤੋਂ ਪਹਿਲੇ ਕਿ ਉਹ ਆਪਣਾ ਕੋਈ ਨਾਪਾਕ ਇਰਾਦਾ ਪੂਰਾ ਕਰ ਸਕਦਾ, ਉਸ ਦੇ ਸਵਾਸ ਹੀ ਪੂਰੇ ਹੋ ਗਏ ਅਤੇ ਉਹ ਰਾਹ ਵਿੱਚ ਹੀ ਚਲਾਣਾ ਕਰ ਗਿਆ। ਇਹ ਭਗਤ ਤੇ ਇਹਨਾਂ ਵਰਗੇ ਕਈ ਹੋਰ ਭਗਤ ਤੇ ਉਹਨਾਂ ਦੇ ਸ਼ਰਧਾਲੂ ਦਰਅਸਲ ਗੁਰੂ ਸਾਹਿਬ ਨਾਲ ਸਿੱਧੀ ਟੱਕਰ ਨਹੀਂ ਸੀ ਲੈ ਸਕਦੇ। ਇਹ ਕਮਜ਼ੋਰ ਇਰਾਦੇ ਦੇ ਬੰਦੇ ਸਨ ਤੇ ਘਟੀਆ ਦਿਲ ਦਿਮਾਗ ਨੂੰ ਲੱਦੀ ਫਿਰ ਰਹੇ ਸਨ। ਇਹਨਾਂ ਪਾਸੋਂ ਜੋ ਮੁਖਾਲਫਤ ਸੰਭਵ ਸੀ ਇਹਨਾਂ ਨੇ ਕੇਵਲ ਉਹ ਹੀ ਕੀਤੀ। ਬਹੁਤਾ ਕੁਝ ਤਾਂ ਇਹਨਾਂ ਪਾਸੋਂ ਸੰਭਵ ਹੀ ਨਹੀਂ ਸੀ। ਇਹਨਾਂ ਆਪਣੇ ਸ਼ਰਧਾਲੂਆਂ ਜੋ ਗਿਣਤੀ ਵਿੱਚ ਵੀ ਬਹੁਤ ਜ਼ਿਆਦਾ ਨਹੀਂ ਸਨ, ਫਿਰ ਗੁਰੂ ਸਾਹਿਬ ਅਤੇ ਗੁਰੂ ਨਾਨਕ ਗੱਦੀ ਦੇ ਵਿਰੁੱਧ ਪ੍ਰਚਾਰ ਕੀਤਾ। ਕਿਤੇ ਕਿਤੇ ਆਪ ਜਾਂ ਆਪਣੇ ਸ਼ਰਧਾਲੂਆਂ ਰਾਹੀਂ ਅਸਲ ਰਸੂਖ ਵਾਲੇ ਹਾਕਮਾਂ ਅਥਵਾ ਬਾਦਸ਼ਾਹ ਦੇ ਦਰਬਾਰੀਆਂ ਤੱਕ ਚੁਗਲੀਆਂ ਕੀਤੀਆਂ। ਮੁੱਦਾ ਇਹ ਕਿ ਗੁਰੂ ਘਰ ਦੀ ਵਿਰੋਧਤਾ ਕਰਨ ਲਈ ਇਹਨਾਂ ਪਾਸ ਜਿਤਨੀ ਵੁਕਤ ਸੀ ਉਤਨੀ ਹੀ ਇਹਨਾਂ ਨੇ ਵਰਤੀ। ਪੰਜਵਾਂ ਚੰਦੂ ਸ਼ਾਹ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਚੰਦੂ ਸ਼ਾਹ ਦਾ ਨਾਮ ਤੁਝਕੇ ਜਹਾਂਗੀਰੀ ਜਾਂ ਹੋਰ ਕਿਸੇ ਸਮਕਾਲੀ ਲਿਖਤ ਵਿੱਚ ਨਹੀਂ ਆਇਆ। ਕਨਿੰਗਮ ਦੀ ਹਿਸਟਰੀ ਆਫ ਸਿੱਖਸ, ਮੈਕਾਲਫ ਦੇ ਸਿੱਖ ਰਿਲੀਜਨ ਜਾਂ ਫਾਰੈਸਟਰ ਦੇ ਟਰੈਵਲਰਸ ਦੇ ਆਧਾਰ ਤੇ ਚੰਦੂ ਸ਼ਾਹ ਨੂੰ ਜਹਾਂਗੀਰ ਦਾ ਖਜ਼ਾਨਾ ਮੰਤਰੀ ਅਥਵਾ ਦੀਵਾਨ ਪ੍ਰਸਿੱਧ ਕਰਨਾ ਕੋਈ ਬਹੁਤਾ ਵਜਨ ਨਹੀਂ ਰੱਖਦਾ। ਇਹਨਾਂ ਲਿਖਾਰੀਆਂ ਨੇ ਵੀ ਸੁਣੀ ਸੁਣਾਈ ਗੱਲ ਹੀ ਇਸ ਮਾਮਲੇ ਵਿੱਚ ਲਿਖ ਦਿੱਤੀ ਹੈ। ਸਾਡੇ ਆਪਣੇ ਇਤਿਹਾਸਕਾਰਾਂ ਨੇ ਜੋ ਕਵਿਤਾ ਵਿੱਚ ਇਤਿਹਾਸ ਲਿਖੀ ਗਏ ਵੀ ਇਸ ਮਾਮਲੇ ਵਿੱਚ ਸੁਣੀ ਸੁਣਾਈ ਗੱਲ ਹੀ ਬਿਆਨ ਕੀਤੀ ਹੈ। ਗੈਰ ਹਿੰਦੁਸਤਾਨੀ ਲਿਖਾਰੀਆਂ ਨੇ ਆਪਣਾ ਬਹੁਤਾ ਮਸਾਲਾ ਇਹਨਾਂ ਲਿਖਤਾਂ ਤੋਂ ਅਤੇ ਸੁਣੀਆਂ ਸੁਣਾਈਆਂ ਉਹਨਾਂ ਮੂੰਹ ਚੜੀਆਂ ਕਹਾਣੀਆਂ ਤੋਂ ਲਿਆ ਹੈ ਜੋ ਕੁਝ ਗਲਤ ਫਹਿਮੀਆਂ ਕਾਰਨ, ਕੁਝ ਖੋਜ ਦੀ ਘਾਟ ਕਾਰਨ ਅਤੇ ਕੁਝ ਅਨਮਤੀਆਂ ਦੀ ਸਿੱਖੀ ਵਿਰੁੱਧ ਗਿਣੀ ਮਿੱਥੀ ਸਾਜ਼ਿਸ਼ ਅਧੀਨ ਪ੍ਰਚਲਿਤ ਹੋ ਚੁੱਕੀਆਂ ਸਨ। ਸਾਡਾ ਇਹ ਕਦਾਚਿਤ ਭਾਵ ਨਹੀਂ ਕਿ ਚੰਦੂ ਇਤਿਹਾਸਕ ਪਾਤਰ ਨਹੀਂ, ਉਹ ਨਿਸ਼ਚੇ ਹੀ ਇੱਕ ਇਤਿਹਾਸਕ ਵਿਅਕਤੀ ਹੈ, ਨਿਸ਼ਚੇ ਹੀ ਇਤਿਹਾਸਕ ਵਿਅਕਤੀ ਹੈ। ਪਰ ਮਹਿਮਾ ਪ੍ਰਕਾਸ਼ ਆਦਿਕ ਗ੍ਰੰਥਾਂ ਵਿੱਚ ਉਸ ਨੂੰ ਗਈ ਹੈ। ਉਸ ਦਾ ਅਧਿਕਾਰੀ ਉਹ ਉੱਕਾ ਹੀ ਨਹੀਂ ਸੀ। ਉਸ ਵੇਲੇ ਦੇ ਖੱਤਰੀਆਂ ਦਾ ਜੋ ਰੂਪ ਆਸਾ ਕੀ ਵਾਰ ਵਿੱਚ ਗੁਰੂ ਨਾਨਕ ਦੇਵ ਜੀ ਨੇ ਬਿਆਨ ਕੀਤਾ ਹੈ, ਚੰਦੂ ਸ਼ਾਹ ਜਾਣੋ ਉਸ ਦਾ ਪੂਰਾ ਮੁਜੱਸਮ ਸੀ। ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਇਸ ਨੂੰ ਗੁਰਦਾਸਪੁਰ ਦੇ ਪਿੰਡ ਰੋਹੇਲੇ ਦਾ ਖੱਤਰੀ ਦੱਸਿਆ ਹੈ ਜੋ ਸਰਕਾਰੀ ਮੁਲਾਜ਼ਮਤ ਵਿੱਚ ਲਾਹੌਰ ਪੁੱਜ ਗਿਆ ਸੀ। ਤਤਕਾਲੀ ਖੱਤਰੀਆਂ ਵਿੱਚੋਂ ਬਹੁਤੇ ਧਰਮ ਛੱਡ ਚੁੱਕੇ ਸਨ ਤੇ ਮੁਸਲਮਾਨਾਂ ਦੀ ਲੰਬੀ ਗੁਲਾਮੀ ਕਾਰਨ ਉਹ ਆਪਣੇ ਰੀਤ ਰਿਵਾਜ, ਸੱਭਿਆਚਾਰ, ਧਰਮ ਅਤੇ ਬੋਲੀ ਛੱਡੀ ਬੈਠੇ ਸਨ। ਉਹਨਾਂ ਦੇ ਕਿਰਦਾਰ ਉੱਤੇ ਹਾਕਮਾਂ ਦੀ ਝੋਲੀ ਚੁੱਕ ਕਰਨ ਦੀ ਡੂੰਘੀ ਛਾਪ ਮੋਹਰ ਸੀ। ਚੰਦੂ ਸ਼ਾਹ ਨੇ ਆਪਣੀ ਧੀ ਸਦਾ ਕੌਰ ਲਈ ਰਿਸ਼ਤਾ ਟੋਲਣ ਲਈ ਬ੍ਰਾਹਮਣ ਭੇਜੇ। ਉਹ ਬ੍ਰਾਹਮਣ ਅੰਮ੍ਰਿਤਸਰ ਸਾਹਿਬ ਪੁੱਜੇ ਅਤੇ ਚੰਦੂ ਸ਼ਾਹ ਦੀ ਧੀ ਲਈ ਗੁਰੂ ਅਰਜਨ ਦੇਵ ਜੀ ਦੇ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਨੂੰ ਪਸੰਦ ਕਰਕੇ ਚਲੇ ਗਏ ਅਤੇ ਚੰਦੂ ਸ਼ਾਹ ਨੂੰ ਇਹ ਸਮਾਚਾਰ ਦਿੱਤਾ। ਚੰਦੂ ਸ਼ਾਹ ਨੂੰ ਜਦ ਇਸ ਰਿਸ਼ਤੇ ਦਾ ਚੋਣ ਬਾਰੇ ਦੱਸਿਆ ਗਿਆ ਤਾਂ ਉਸਨੇ ਹੰਕਾਰ ਵਿੱਚ ਆਪਣੇ ਆਪ ਨੂੰ ਬਹੁਤ ਉੱਚਾ ਅਤੇ ਚੁਬਾਰੇ ਵਰਗਾ, ਗੁਰੂ ਸਾਹਿਬ ਦੇ ਘਰ ਨੂੰ ਬਹੁਤ ਨੀਵਾਂ ਅਤੇ ਮੋਰੀ ਦੀ ਇੱਟ ਵਰਗਾ ਦੱਸਿਆ। ਅੰਦਰੋਂ ਉਹ ਇਸ ਰਿਸ਼ਤੇ ਲਈ ਪੂਰੀ ਤਰ੍ਹਾਂ ਰਜ਼ਾਮੰਦ ਸੀ। ਉਤੋਂ ਫੋਕੀ ਫੂੰ-ਫਾਂ ਦੇ ਵਸ ਹੀ ਉਹ ਦੁਰਬਚਨ ਬੋਲ ਗਿਆ। ਅਚਾਨਕ ਸੰਗਤ, ਜਿਸ ਨੂੰ ਚੰਦੂ ਸ਼ਾਹ ਦੀ ਇਸ ਹੰਕਾਰੀ ਅਤੇ ਨੀਚ ਬਿਰਤੀ ਕਾਰਨ ਇਹ ਰਿਸ਼ਤਾ ਮਨਜ਼ੂਰ ਨਹੀਂ ਸੀ, ਨੇ ਇਸ ਮਾਮਲੇ ਵਿੱਚ ਆਪਣੀ ਰਾਏ
ਅਤੇ ਬੇਨਤੀ ਗੁਰੂ ਅਰਜਨ ਦੇਵ ਜੀ ਨੂੰ ਘੱਲ ਦਿੱਤੀ। ਗੁਰੂ ਸਾਹਿਬ ਸਦਾ ਹੀ ਆਪਣੀਆਂ ਸਿੱਖ ਸੰਗਤਾਂ ਦੀ ਰਾਏ ਦੀ ਇੱਜ਼ਤ ਕਰਦੇ ਸਨ। ਵੈਸੇ ਵੀ ਇਸ ਹੰਕਾਰੀ ਅਤੇ ਜ਼ਲੀਲ ਖੱਤਰੀ ਦੇ ਘਰ ਨਾਲ ਰਿਸ਼ਤਾ ਗੰਢਣਾ ਗੁਰੂ ਆਸ਼ੇ ਦੇ ਅਨੁਕੂਲ ਨਹੀਂ ਸੀ। ਗੁਰੂ ਸਾਹਿਬ ਨੇ ਰਿਸ਼ਤਾ ਬੇਖੌਫ ਹੋ ਕੇ ਨਾ ਮਨਜ਼ੂਰ ਕਰ ਦਿੱਤਾ। ਚੰਦੂ ਸ਼ਾਹ ਗੁਰੂ ਘਰ ਦਾ ਦੁਸ਼ਮਣ ਬਣ ਗਿਆ। ਉਸ ਦੇ ਮਨ ਵਿੱਚ ਗੁਰੂ ਘਰ ਲਈ ਕੀਨੇ ਸਾੜੇ ਤੇ ਈਰਖਾ ਦੇ ਭਾਂਬੜ ਬਲਣ ਲੱਗ ਪਏ। ਜਿਵੇਂ ਕਿ ਉੱਪਰ ਦੱਸਿਆ ਜਾ ਚੁੱਕਾ ਹੈ, ਚੰਦੂ ਸ਼ਾਹ ਸਮੇਂ ਦੀ ਕੋਈ ਪ੍ਰਮੁੱਖ ਹਸਤੀ ਨਹੀਂ ਸੀ, ਨਾ ਹੀ ਉਹ ਉਸ ਸਮੇਂ ਦੀ ਹਿੰਦੁਸਤਾਨੀ ਸਿਆਸੀ ਸਟੇਜ ਉੱਤੇ ਕੋਈ ਵਕਤ ਵਾਲੀ ਥਾਂ ਰੱਖਦਾ ਸੀ। ਉਹ ਵਿਰੋਧਤਾ ਵਿੱਚ ਉਹ ਰੋਲ ਅਦਾ ਕਰ ਸਕਦਾ ਸੀ ਜੋ ਆਮ ਤੌਰ ਤੇ ਝੋਲੀ ਚੁੱਕ, ਗਦਾਰ ਅਤੇ ਨੀਚ ਆਦਮੀ ਕਰ ਸਕਦਾ ਹੈ। ਇਹ ਗੱਲ ਦੱਸਣ ਦੀ ਲੋੜ ਨਹੀਂ ਭਾਸਦੀ ਕਿ ਕਈ ਵੇਰ ਹਾਕਮ ਸ਼੍ਰੇਣੀ ਨਾਲ ਮੂੰਹ ਲੱਗਾ ਹੋਣ ਕਾਰਨ ਇੱਕ ਅਤ ਛੋਟੇ ਦਰਜੇ ਦਾ ਸਰਕਾਰੀ ਮੁਲਾਜ਼ਮ ਵੀ ਕਿਸੇ ਕੰਮ ਦੇ ਪੂਰੇ ਹੋਣ ਵਿੱਚ ਭਾਰੀ ਵਿਘਨ ਖੜਾ ਕਰ ਸਕਦਾ ਹੈ। ਅਤੇ ਅੱਜ ਕੱਲ ਤਾਂ ਇਹ ਚੀਜ਼ ਬਹੁਤ ਆਮ ਹੈ। ਸਰਕਾਰੀ ਦਫ਼ਤਰਾਂ ਵਿੱਚ ਕਈ ਵਾਰੀ ਬੜੇ ਸਧਾਰਨ ਜਿਹੇ ਬਾਊ ਕਲਰਕ ਅਤੇ ਕਈ ਵਾਰੀ ਚਪਰਾਸੀ ਪਦ ਦੇ ਸੁਆਮੀ ਵੀ ਬੜੇ ਵਿਘਨਕਾਰੀ ਹੋ ਕੇ ਟੱਕਰਦੇ ਹਨ ਅਤੇ ਉਹਨਾਂ ਦੇ ਪਾਏ ਵਿਘਨ ਕਈ ਵਾਰੀ ਬੜੇ ਵੱਡੇ ਅਫਸਰ ਵੀ ਦੂਰ ਕਰਨੋਂ ਜਾਂ ਕਰਵਾਉਣੋਂ ਅਸਮਰਥ ਹੋ ਜਾਂਦੇ ਹਨ। ਇਸ ਤਰ੍ਹਾਂ ਇਹ ਕਰਮਚਾਰੀ ਰਿਸ਼ਵਤ ਵੀ ਕਮਾ ਲੈਂਦੇ ਹਨ ਅਤੇ ਆਪਣੀ ਹਉਮੈ ਨੂੰ ਪੱਠੇ ਵੀ ਪਾਉਣ ਵਿੱਚ ਕਾਮਯਾਬ ਹੁੰਦੇ ਹਨ। ਜਿਸ ਸਮੇਂ ਦਾ ਅਸੀਂ ਜ਼ਿਕਰ ਕਰ ਰਹੇ ਹਾਂ, ਉਸ ਵਿੱਚ ਚੰਦੂ ਸ਼ਾਹ ਸਰਕਾਰੀ ਮੁਲਾਜ਼ਮਾਂ ਦੇ ਮਨਾਂ ਵਿੱਚ ਗੁਰੂ ਘਰ ਵਿਰੁੱਧ ਦੁਸ਼ਮਣੀ, ਈਰਖਾ ਤੇ ਨਫ਼ਰਤ ਹੀ ਭਰ ਸਕਦਾ ਸੀ ਅਤੇ ਇਹ ਕੰਮ ਉਸਨੇ ਬਿਨਾਂ ਝਿਜਕ ਕੀਤਾ। ਰਾਜ ਦਰਬਾਰੀਆਂ ਤੇ ਅਮੀਰਾਂ ਵਜ਼ੀਰਾਂ ਤੱਕ ਗੁਰੂ ਜੀ ਵਿਰੁੱਧ ਚੁਗਲੀਆਂ ਲਗਾ ਸਕਦਾ ਸੀ ਜਾਂ ਝਗੜਾ ਪੈਦਾ ਕਰਵਾਉਣ ਲਈ ਮਨ ਘੜਤ ਕਹਾਣੀਆਂ ਪੇਸ਼ ਕਰ ਸਕਦਾ ਸੀ ਅਤੇ ਇਸ ਕੰਮ ਵਿੱਚ ਉਸਨੇ ਕੋਈ ਢਿੱਲ ਨਾ ਲਾਈ। ਗੁਰੂ ਘਰ ਦਾ ਜੋ ਵੀ ਦੁਸ਼ਮਣ ਸੀ ਉਹ ਉਸ ਦਾ ਮਿੱਤਰ ਬਣਦਾ ਗਿਆ। ਇਕੱਲੇ ਰੂਪ ਵਿੱਚ ਆਪਣੇ ਮੁਖਾਲਿਫ ਨਾਲ ਜੇ ਕੋਈ ਬੰਦਾ ਟੱਕਰ ਨਾ ਲੈ ਸਕੇ ਤਾਂ ਉਹ ਸਦਾ ਇਹੋ ਯਤਨ ਕਰਦਾ ਹੈ ਕਿ ਉਸ ਦੇ ਵੈਰੀਆਂ ਨਾਲ ਰਲ ਕੇ ਸਾਂਝਾ ਮੁਹਾਜ ਬਣਾਏ ਤੇ ਉਸ ਦਾ ਟਾਕਰਾ ਕਰ ਸਕਣ ਦੀ ਸਮਰੱਥਾ ਪੈਦਾ ਕਰੇ। ਕਾਹਨਾ ਭਗਤ, ਜਿਸ ਦਾ ਅਸੀਂ ਪਿੱਛੇ ਜ਼ਿਕਰ ਕਰ ਚੁੱਕੇ ਹਾਂ, ਚੰਦੂ ਸ਼ਾਹ ਦਾ ਰਿਸ਼ਤੇਦਾਰ ਸੀ। ਉਹ ਦੁਸ਼ਟ ਵੀ ਆਕਾਰ ਨਹੀਂ ਗੁਰਗੱਦੀ ਨਾਲ ਉਲਝ ਪਿਆ ਸੀ। ਕਾਹਨਾ ਤੇ ਚੰਦੂ ਸ਼ਾਹ ਪਹਿਲੇ ਹੀ ਗੁਰੂ ਸਾਹਿਬ ਨਾਲ ਈਰਖਾ ਕਰ ਰਹੇ ਸਨ, ਪਰ ਕਾਹਨਾ ਜਦ ਗੁਰੂ ਸਾਹਿਬ ਨਾਲ ਗੁਰੂ ਗ੍ਰੰਥ ਸਾਹਿਬ ਵਿੱਚ ਆਪਣੀ ਕਵਿਤਾ ਚੜ੍ਹਾਉਣ ਦੇ ਮਸਲੇ ਤੇ ਖੂਬ ਖੈਬੜ ਕੇ ਵਾਪਸ ਪਰਤਿਆ ਸੀ ਤਾਂ ਰਾਹ ਵਿੱਚ ਹੀ ਉਹ ਮਰ ਗਿਆ ਸੀ। ਇਸ ਮੌਤ ਦਾ ਜ਼ਿੰਮੇਵਾਰ ਵੀ ਚੰਦੂ ਸ਼ਾਹ ਗੁਰੂ ਘਰ ਨੂੰ ਦੱਸਦਾ ਸੀ। ਉਹ ਆਪਣੇ ਮਿੱਥੇ ਸਾਂਝੇ ਦੁਸ਼ਮਣ ਗੁਰੂ ਪਾਤਸ਼ਾਹ ਦੇ ਵਿਰੁੱਧ ਵਿੱਤ ਮੂਜਬ ਬਾਹਮਣਾਂ ਦੀ ਵੀ ਪਿੱਠ ਠੋਕਦਾ ਹੁੰਦਾ ਸੀ। ਗੁਰੂ ਜੀ ਦੇ ਵਿਰੁੱਧ ਜਦ ਉਹਨਾਂ ਦੇ ਵੱਡੇ ਭਰਾ ਪ੍ਰਿਥੀ ਚੰਦ ਨੇ ਖੁੱਲੇ ਆਮ ਵਿਰੋਧਤਾ ਸ਼ੁਰੂ ਕੀਤੀ ਤੇ ਮੁਕਾਬਲਾ ਕਰਨਾ ਚਾਹਿਆ ਤਾਂ ਚੰਦੂ ਸ਼ਾਹ ਨੇ ਆਪਣੇ ਦੁਸ਼ਮਣ ਨੂੰ ਨੀਵਾਂ ਦਿਖਾਉਣ ਲਈ ਪ੍ਰਿਥੀ ਚੰਦ ਨਾਲ ਵੀ ਮਿੱਤਰਤਾ ਗੰਢੀ ਅਤੇ ਉਸ ਨੂੰ ਗੁਰੂ ਸਾਹਿਬ ਵਿਰੁੱਧ ਬਹੁਤ ਉਕਸਾਇਆ। ਇਸ ਨਾਪਾਕ ਗੱਠਜੋੜ ਕਾਰਨ ਉਸ ਨੇ ਪ੍ਰਿਥੀ ਚੰਦ ਦੀ ਹਰ ਕਾਲੀ ਕਰਤੂਤ ਆਪਣੇ ਵਿੱਤ ਮੂਜਬ ਭਰਵੀਂ ਮਦਦ ਕੀਤੀ। ਬਾਦਸ਼ਾਹ ਵੱਲੋਂ ਗੁਰੂ ਸਾਹਿਬ ਪਾਸੋਂ ਜੁਰਮਾਨਾ ਮੰਗਣ ਅਤੇ ਨਾ ਤਾਰਨ ਦੀ ਸੂਰਤ ਵਿੱਚ ਸ਼ਹੀਦ ਕਰਨ ਅਤੇ ਚੰਦੂ ਸ਼ਾਹ ਬਾਰੇ ਜੋ ਦਬਿਸਤਾਨੀ ਮਜਾਹਿਦ ਜਾਂ ਜੈਸੂਇਟਸ ਦੇ ਰਿਕਾਰਡ ਫਰੋਲੇ ਜਾਣ ਤਾਂ ਵੀ ਸ਼ਾਇਦ ਭਰੋਸੇਯੋਗ ਇਤਿਹਾਸਕ ਸਚਾਈ ਹੱਥ ਨਹੀਂ ਆ ਸਕਦੀ। ਜਿਵੇਂ ਕਿ ਉੱਪਰ ਬਿਆਨ ਕੀਤਾ ਜਾ ਚੁੱਕਾ ਹੈ ਕਿ ਇਹਨਾਂ ਉੱਤੇ ਵੀ ਸੁਣੀਆਂ ਸੁਣਾਈਆਂ ਗੱਲਾਂ ਦੀ ਜ਼ਿਆਦਾ ਛਾਂ ਪਈ ਹੋਈ ਹੈ। ਸੁਣੀਆਂ ਸੁਣਾਈਆਂ ਗੱਲਾਂ ਦਾ ਆਧਾਰ ਸ਼ੇਖ ਅਹਿਮਦ ਸਰਹੰਦੀ, ਸ਼ੇਖ ਫਰੀਦ ਬੁਖਾਰੀ ਤੇ ਸਿੱਖ ਸਮਾਜ ਦੇ ਵਿਰੋਧੀ ਜਨੂਨੀ ਮੁਸਲਮਾਨਾਂ ਦੀ ਪਹਿਲੇ
ਬਿਆਨ ਕੀਤੀ ਜਾ ਚੁੱਕੀ ਸਾਜ਼ਿਸ਼ ਦਾ ਹੀ ਸਿੱਟਾ ਹਨ। ਜਹਾਂਗੀਰ ਐਂਡ ਦੀ ਜੈਸੂਇਟਸ ਦਾ ਇਹ ਜ਼ਿਕਰ ਕੇਵਲ ਇਤਿਹਾਸ ਵਿਰੁੱਧ ਸਾਜ਼ਿਸ਼ ਅਧੀਨ ਫੈਲਾਈ ਗੱਲ ਹੀ ਹੈ ਕਿ ਸ਼ਹਿਰ ਦੇ ਕਈ ਅਮੀਰ ਧਨੀ ਹਿੰਦੂ ਗੁਰੂ ਅਰਜਨ ਦੇਵ ਜੀ ਨੂੰ ਬਾਦਸ਼ਾਹ ਪਾਸੋਂ ਛੁਡਵਾਉਣ ਲਈ ਫਰਿਆਦੀ ਹੋਏ। ਅਖੀਰ ਲਗਭਗ 2 ਲੱਖ ਰੁਪਏ ਦੇ ਕੇ ਗੁਰੂ ਸਾਹਿਬ ਨੂੰ ਛੁਟਕਾਰਾ ਹਾਸਲ ਕਰਨ ਦੀ ਪੇਸ਼ਕਸ਼ ਕੀਤੀ ਗਈ, ਜਿਸ ਨਾਲ ਇੱਕ ਅਮੀਰ ਹਿੰਦੂ ਜ਼ਮਾਨਤੀ ਦੇ ਤੌਰ ਤੇ ਪੇਸ਼ ਹੋਇਆ। ਇੱਥੇ ਅਮੀਰ ਹਿੰਦੂ ਸ਼ਾਇਦ ਚੰਦੂ ਨੂੰ ਪ੍ਰਗਟ ਕੀਤਾ ਗਿਆ ਹੈ, ਪਰ ਚੂੰਕਿ ਗੁਰੂ ਸਾਹਿਬ ਅਤੇ ਉਹਨਾਂ ਦੇ ਹਮਾਇਤੀ 2 ਲੱਖ ਦੀ ਰਕਮ ਦੇਣੋਂ ਅਸਮਰਥ ਸਨ, ਗੁਰੂ ਸਾਹਿਬ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਦਬਿਸਤਾਨੇ ਮਜ਼ਾਹਿਬ ਦਾ ਇਹ ਜ਼ਿਕਰ ਵੀ ਫੈਲ ਗਈ ਜਾਂ ਫੈਲਾਈ ਗਈ ਗੱਲ ਉੱਤੇ ਆਧਾਰਿਤ ਹੈ ਕਿ ਗੁਰੂ ਪਾਤਸ਼ਾਹ ਨੂੰ ਖੁਸਰੋ ਦੇ ਹੱਕ ਵਿੱਚ ਦੁਆ ਕਰਨ ਦੇ ਦੋਸ਼ ਵਿੱਚ ਜਦ ਕੈਦ ਕਰਕੇ ਲਾਹੌਰ ਲਿਆਂਦਾ ਗਿਆ ਤਾਂ ਇਸ ਦੋਸ਼ ਬਦਲੇ ਇੱਕ ਬਹੁਤ ਵੱਡੀ ਰਕਮ ਜੁਰਮਾਨੇ ਦੇ ਤੌਰ ਤੇ ਭਰਨ ਲਈ ਕਿਹਾ ਗਿਆ। ਜੁਰਮਾਨਾ ਨਾ ਤਾਰਨ ਦੀ ਸੂਰਤ ਵਿੱਚ ਸਖਤ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਜਹਾਂਗੀਰ ਦੀ ਆਪਣੀ ਲਿਖੀ ਤੁਜ਼ਕੇ ਜਹਾਂਗੀਰੀ ਦੀ ਸਪਸ਼ਟ ਲਿਖਤ ਵਾਚਨ ਪਿੱਛੋਂ ਕਿ ਉਸ ਨੇ ਖੁਦ ਯਾਸਾ ਅਤੇ ਸਿਆਸ ਦੇ ਮਹਾ ਭਿਆਨਕ ਤਸੀਹੇ ਦੇ ਕੇ ਗੁਰੂ ਸਾਹਿਬ ਨੂੰ ਸ਼ਹੀਦ ਕਰਨ ਦਾ ਹੁਕਮ ਜਾਰੀ ਕੀਤਾ। ਜੁਰਮਾਨੇ ਵਾਲੀ ਕਹਾਣੀ ਉੱਕੀ ਨਿਰਮੂਲ ਸਿੱਧ ਹੋ ਜਾਂਦੀ ਹੈ ਅਤੇ ਜਹਾਂਗੀਰ ਦੇ ਤੁਜ਼ਕੇ ਜਹਾਂਗੀਰੀ ਵਿੱਚ ਅੰਕਿਤ ਗੁਰੂ ਪਾਤਸ਼ਾਹ ਬਾਰੇ ਵਿਚਾਰਾਂ ਦੀ ਰੋਸ਼ਨੀ ਵਿੱਚ ਗੁਰੂ ਸਾਹਿਬ ਤੋਂ ਜੁਰਮਾਨਾ ਲੈ ਕੇ ਆਜ਼ਾਦ ਕਰ ਦੇਣਾ ਜਾਂ ਕਿਸੇ ਗੈਰ ਮੁਸਲਮ ਚੰਦੂ ਦੇ ਹਵਾਲੇ ਕਰ ਦੇਣਾ ਜੋ ਉਸ ਨੂੰ ਛੱਡ ਵੀ ਸਕਦਾ ਹੈ, ਬਿਲਕੁਲ ਬੇਬੁਨਿਆਦ ਗੱਲ ਸਾਬਤ ਹੁੰਦੀ ਹੈ। ਜਹਾਂਗੀਰ ਦੀ ਲਿਖਤ ਵਿੱਚ ਜੁਰਮਾਨੇ ਦਾ ਕੋਈ ਜ਼ਿਕਰ ਨਹੀਂ। ਪ੍ਰਸਿੱਧ ਇਤਿਹਾਸ ਵਿਦਵਾਨ ਸਰਦਾਰ ਗੰਡਾ ਸਿੰਘ ਜੀ ਨੇ ਜੁਰਮਾਨੇ ਵਾਲੀ ਨਿਰਮੂਲ ਕਹਾਣੀ ਫੈਲ ਜਾਣ ਬਾਰੇ ਤੁਜ਼ਕੇ ਜਹਾਂਗੀਰੀ ਦੀ ਲਿਖਤ ਵਿੱਚੋਂ ਹੀ ਜੜ ਲੱਭ ਲਈ ਹੈ। ਗੁਰੂ ਪਾਤਸ਼ਾਹ ਦੀ ਸ਼ਹਾਦਤ ਬਾਰੇ ਸ਼ਾਹੀ ਹੁਕਮ ਦੇ ਜ਼ਿਕਰ ਪਿੱਛੋਂ ਤੁਜ਼ਕ ਵਿੱਚ ਜੋ ਦੂਜੇ ਬੰਦੇ ਰਾਜੂ ਅਤੇ ਅੰਬਾ ਜੋ ਖਵਾਜ ਸ਼ੇਰਾ ਦੌਲਤ ਖਾਨ ਦੀ ਛਤਰ ਛਾਂ ਹੇਠ ਸਨ ਦਾ ਜ਼ਿਕਰ ਆਉਂਦਾ ਹੈ। ਖੁਸਰੋ ਦੀ ਬਗਾਵਤ ਦੇ ਸਮਾਚਾਰ ਤੋਂ ਲਾਭ ਉਠਾ ਕੇ ਰਾਜੂ ਅਤੇ ਅੰਬਾ ਜੋ ਸਿਰ ਕੱਢ ਸਰਦਾਰ ਸਨ ਨੇ ਲਾਹੌਰ ਤੇ ਆਸ-ਪਾਸ ਦੇ ਇਲਾਕੇ ਵਿੱਚ ਬਹੁਤ ਲੁੱਟਮਾਰ ਕੀਤੀ ਸੀ। ਜਹਾਂਗੀਰ ਨੇ ਰਾਜੂ ਨੂੰ ਫਾਹੇ ਲਗਵਾਉਣ ਦੀ ਸਜ਼ਾ ਦਿੱਤੀ ਤੇ ਅੰਬਾ ਜੋ ਧਨੀ ਆਦਮੀ ਸੀ ਨੂੰ 1,15,000 ਰੁਪਏ ਜੁਰਮਾਨਾ ਕੀਤਾ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਬਾਰੇ ਅਤੇ ਰਾਜੂ ਤੇ ਅੰਬੇ ਬਾਰੇ ਫੈਸਲਾ ਨਾਲੋਂ ਨਾਲ ਹੀ ਹੋਇਆ ਸੀ। ਇਸ ਲਈ ਸਾਜ਼ਿਸ਼ੀ ਬੰਦਿਆਂ ਨੇ ਗੁਰੂ ਸਾਹਿਬ ਬਾਰੇ ਵੀ ਰਲਗੱਡ ਮਨ ਘੜਤ ਵਿਚਾਰ ਫੈਲਾ ਦਿੱਤੇ ਸਨ ਅਤੇ ਮਗਰਲੇ ਲਿਖਾਰੀ ਕੁਝ ਸੁਣੀ ਸੁਣਾਈ ਗੱਲ ਦੇ ਆਧਾਰ ਤੇ ਕੁਝ ਤੁਜ਼ਕ ਵਿੱਚ ਇਹ 2-3 ਸ਼ਾਹੀ ਹੁਕਮ ਇਕੱਠੇ ਹੀ ਆ ਜਾਣ ਕਰਕੇ ਟਪਲਾ ਖਾ ਗਏ। ਇਹ ਟਪਲਾ 17ਵੀਂ ਸਦੀ ਦੇ ਦਬਿਸਤਾਨੇ ਮਜ਼ਾਹਬ ਨੂੰ ਕੀ ਅਤੇ 18ਵੀਂ ਸਦੀ ਦੇ ਮਹਿਮਾ ਪ੍ਰਕਾਸ਼ ਨੂੰ ਕੀ ਥੋੜਾ ਬਹੁਤ ਲੱਗਾ ਰਿਹਾ। ਮਹਿਮਾ ਪ੍ਰਕਾਸ਼ ਨੇ ਸਿਰਫ ਇਤਨੀ ਸ਼ਕਲ ਹੀ ਬਦਲੀ ਹੈ ਕਿ ਗੁਰੂ ਪਾਤਸ਼ਾਹ ਤੋਂ ਜੁਰਮਾਨਾ ਵਸੂਲ ਕਰਨ ਦੀ ਸਲਾਹ ਚੰਦੂ ਸ਼ਾਹ ਵੱਲੋਂ ਦਿੱਤੀ ਗਈ ਸੀ। ਕੁਝ ਵੀ ਹੋਵੇ, ਇਸ ਵਿੱਚ ਸ਼ੱਕ ਨਹੀਂ ਕਿ ਚੰਦੂ ਪੱਕਾ ਦੁਸ਼ਟ ਅਤੇ ਗੁਰੂ ਘਰ ਦਾ ਦੋਖੀ ਅਤੇ ਜਲੀਲ ਖੱਤਰੀ ਸੀ ਅਤੇ ਉਸ ਨੇ ਵਸ ਲੱਗਦੇ ਸਭ ਯਤਨ ਅਵਸ਼ ਕੀਤੇ ਜਿਨ੍ਹਾਂ ਨਾਲ ਗੁਰੂ ਪਾਤਸ਼ਾਹ ਨੂੰ ਵੱਧ ਤੋਂ ਵੱਧ ਹਾਨੀ ਹੋਵੇ। ਪਰ ਇਹ ਸਮਝ ਲੈਣਾ ਚਾਹੀਦਾ ਹੈ ਕਿ ਉਹ ਦੁਨਿਆਵੀ ਪੱਖੋਂ ਕੋਈ ਇਤਨੀ ਅਹਿਮ ਸ਼ਖਸੀਅਤ ਨਹੀਂ ਜੈਸੀ ਕਿ ਕਈ ਲਿਖਾਰੀਆਂ ਨੇ ਜਾਣ ਬੁੱਝ ਕੇ ਜਾਂ ਅਣਜਾਣੇ ਵਿੱਚ ਸੁਣੀਆਂ ਸੁਣਾਈਆਂ ਗੱਲਾਂ ਦੇ ਆਧਾਰ ਤੇ ਘੜ ਮਾਰੀ ਹੈ। ਚੰਦੂ ਦੀ ਲੜਕੀ ਦਾ ਰਿਸ਼ਤਾ ਨਾ ਮਨਜ਼ੂਰ ਕਰਨਾ ਉਸ ਦੇ ਗੁਰੂ ਪਾਤਸ਼ਾਹ ਨਾਲ ਤੇ ਗੁਰਗੱਦੀ ਨਾਲ ਜ਼ਾਤੀ ਵੈਰ ਦਾ ਮੂਲ ਹੋ ਸਕਦਾ ਹੈ, ਪਰ ਗੁਰੂ ਪਾਤਸ਼ਾਹ ਦੀ ਸ਼ਹਾਦਤ ਦਾ ਮੂਲ ਕਾਰਨ ਨਹੀਂ। ਸ਼ੇਖ ਅਹਿਮਦ ਸਰਹੰਦੀ, ਸ਼ੇਖ ਫਰੀਦ ਬੁਖਾਰੀ ਅਤੇ ਜਹਾਂਗੀਰ ਦੀ ਪੂਰੀ
ਜਾਣਕਾਰੀ ਹਾਸਲ ਕਰਨ ਉਪਰੰਤ ਸਪਸ਼ਟ ਹੋ ਜਾਂਦਾ ਹੈ ਕਿ ਬਾਦਸ਼ਾਹ ਨੇ ਕਿਸੇ ਹਾਲਤ ਵਿੱਚ ਜ਼ਮਾਨਤ ਲੈ ਕੇ ਜਾਂ ਜੁਰਮਾਨਾ ਵਸੂਲ ਕੇ ਗੁਰੂ ਪਾਤਸ਼ਾਹ ਨੂੰ ਚੰਦੂ ਹਵਾਲੇ ਨਹੀਂ ਸੀ ਕਰਨਾ ਅਤੇ ਨਾ ਹੀ ਭਿਆਨਕ ਕਸ਼ਟ ਦੇਣ ਮਗਰੋਂ ਦੇਗ ਦੇ ਉਬਾਲ ਤੇ ਬਲਦੀ ਸੜਦੀ ਰੇਤ ਦੇ ਖੌਫਨਾਕ ਸਾੜਾਂ ਪਿੱਛੋਂ ਨਿਢਾਲ ਹੋਏ ਗੁਰੂ ਪਾਤਸ਼ਾਹ ਦੇ ਸਰੀਰ ਤੋਂ ਐਸੇ ਬੇਮੌਕੇ ਹੁਣ ਰਿਸ਼ਤਾ ਮੰਨ ਕੇ ਆਪਣੀ ਜਾਨ ਬਚਾ ਲੈਣ ਦੀ ਚੰਦੂ ਵੱਲੋਂ ਹੋਈ ਪੇਸ਼ਕਸ਼ ਨੂੰ ਕੋਈ ਇਤਿਹਾਸਕ ਹਕੀਕਤ ਮੰਨਿਆ ਜਾ ਸਕਦਾ ਹੈ। ਇਹਨਾਂ ਵਿੱਚੋਂ ਬਹੁਤੀਆਂ ਗੱਲਾਂ ਨਕਸ਼ਬੰਦੀਆਂ ਦੀਆਂ ਸਾਜ਼ਿਸ਼ਾਂ ਅਧੀਨ ਹੀ ਫੈਲੀਆਂ ਹਨ ਅਤੇ ਮਗਰੋਂ ਦੇ ਲਿਖਾਰੀ ਮੱਖੀ ਉੱਤੇ ਮੱਖੀ ਮਾਰੀ ਗਏ ਹਨ। ਉਂਝ ਚੰਦੂ ਸ਼ਾਹ ਵੱਲੋਂ ਉਸ ਦੇ ਵਿੱਤ ਅਨੁਸਾਰ ਭਰਵੀਂ ਵਿਰੋਧਤਾ ਸਦਾ ਹੀ ਗੁਰੂ ਘਰ ਵਿਰੁੱਧ ਹੁੰਦੀ ਰਹੀ। ਛੇਵਾਂ ਪ੍ਰਿਥੀ ਚੰਦ। ਬਾਬਾ ਪ੍ਰਿਥੀ ਚੰਦ ਅਤੇ ਬਾਬਾ ਮਹਾਦੇਵ ਗੁਰੂ ਅਰਜਨ ਦੇਵ ਜੀ ਦੇ ਵੱਡੇ ਭਾਈ ਸਨ। ਗੁਰੂ ਰਾਮਦਾਸ ਜੀ ਦੇ ਸਮੇਂ ਗੁਰਗੱਦੀ ਦਾ ਬਹੁਤ ਸਾਰਾ ਬਹਿਰ ਮੁਖੀ ਕੰਮਾਂ ਜਾਂ ਪ੍ਰਬੰਧਕੀ ਕੰਮਾਂ ਦਾ ਇੰਚਾਰਜ ਪ੍ਰਿਥੀ ਚੰਦ ਹੀ ਸੀ। ਜ਼ਾਹਰਾ ਤੌਰ ਤੇ ਇਹ ਬੜਾ ਚਲਾਕ ਤੇ ਸਿਆਣਾ ਸੀ। ਗੁਰਗੱਦੀ ਦੇ ਪ੍ਰਬੰਧਕੀ ਕੰਮ ਨੂੰ ਸੰਭਾਲਦਿਆਂ ਇਸ ਦੇ ਮਨ ਵਿੱਚ ਹੰਕਾਰ ਨੇ ਕਾਫੀ ਵਾਧਾ ਕਰ ਲਿਆ ਸੀ। ਬਿਨਾਂ ਗੁਣਾਂ ਦੇ ਹੀ ਇਹ ਆਪਣੇ ਆਪ ਹੀ ਗੁਰਗੱਦੀ ਦਾ ਅਗਲਾ ਵਾਰਸ ਸਮਝਣ ਲੱਗ ਪਿਆ ਸੀ। ਕਈ ਵਾਰੀ ਇਹ ਗੁਰੂ ਪਿਤਾ ਤੋਂ ਵੀ ਆਪਣੇ ਆਪ ਨੂੰ ਜ਼ਿਆਦਾ ਸਿਆਣਾ ਸਮਝਣ ਲੱਗ ਪੈਂਦਾ ਸੀ। ਦਿਲ ਦਾ ਈਰਖਾਲੂ ਤੇ ਜ਼ਬਾਨ ਦਾ ਵੀ ਖਰਬਾ ਸੀ। ਗੁਰੂ ਰਾਮਦਾਸ ਜੀ ਨੇ ਪ੍ਰਿਥੀ ਚੰਦ ਨੂੰ ਗੁਰਗੱਦੀ ਲਈ ਪੂਰੀ ਤਰ੍ਹਾਂ ਨਾਕਾਬਲ ਮਹਿਸੂਸ ਕਰ ਲਿਆ ਸੀ। ਗੁਰੂ ਅਰਜਨ ਦੇਵ ਜੀ ਨੂੰ ਗੁਰਗੱਦੀ ਦੀ ਜ਼ਿੰਮੇਵਾਰੀ ਸੰਭਾਲਣ ਦੇ ਪੂਰੀ ਤਰ੍ਹਾਂ ਯੋਗ ਜਾਣ ਕੇ ਅਗਸਤ ਸਨ 1581 ਵਿੱਚ ਸੰਗਤ ਦੀ ਮੌਜੂਦਗੀ ਵਿੱਚ ਗੁਰਗੱਦੀ ਦੀ ਜ਼ਿੰਮੇਵਾਰੀ ਗੁਰੂ ਅਰਜਨ ਦੇਵ ਜੀ ਨੂੰ ਸੌਂਪ ਦਿੱਤੀ। ਪ੍ਰਿਥੀ ਚੰਦ ਇਹ ਨਾ ਸਹਾਰ ਸਕਿਆ। ਉਸਨੇ ਉਸੇ ਸਮੇਂ ਤੋਂ ਹੀ ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ ਦੀ ਵਿਰੋਧਤਾ ਆਰੰਭ ਕਰ ਦਿੱਤੀ ਸੀ। ਦਿਨਾਂ ਪਿੱਛੋਂ ਜਦ ਗੁਰੂ ਰਾਮਦਾਸ ਜੀ ਜੋਤੀ ਜੋਤ ਸਮਾ ਗਏ ਤਾਂ ਉਸ ਪਿੱਛੋਂ ਵੀ ਉਸਨੇ ਗੁਰੂ ਅਰਜਨ ਦੇਵ ਜੀ ਦਾ ਬਹੁਤ ਵਿਰੋਧ ਕੀਤਾ। ਬ੍ਰਾਹਮਣਾਂ, ਖੱਤਰੀਆਂ ਅਤੇ ਜ਼ਾਤ ਅਭਿਮਾਨੀਆਂ ਦੀ ਚੁੱਕ ਵਿੱਚ ਆ ਕੇ ਗੁਰੂ ਪਿਤਾ ਦੇ ਜੋਤੀ ਜੋਤ ਸਮਾਉਣ ਮਗਰੋਂ ਦਸਤਾਰਬੰਦੀ ਦੀ ਰਸਮ ਲਈ ਉਸਨੇ ਬੜਾ ਕਲੇਸ਼ ਖੜਾ ਕੀਤਾ। ਗੁਰੂ ਅਰਜਨ ਦੇਵ ਜੀ ਨੇ ਘਰੋਗੀ ਝਗੜੇ ਨੂੰ ਠੱਲ ਪਾਉਣ ਦੇ ਲਈ ਬਰਾਦਰੀ ਵੱਲੋਂ ਦਸਤਾਰ ਆਪ ਲੈਣ ਦੀ ਥਾਂ ਬਾਬਾ ਪ੍ਰਿਥੀ ਚੰਦ ਨੂੰ ਦਵਾ ਦਿੱਤੀ, ਪਰ ਇਸ ਨਾਲ ਵੀ ਝਗੜਾ ਬੰਦ ਨਾ ਹੋ ਸਕਿਆ। ਬ੍ਰਾਹਮਣਾਂ, ਖੱਤਰੀਆਂ ਆਦਿ ਦੀ ਚੁੱਕ ਉੱਤੇ ਉਹ ਆਪਣੇ ਆਪ ਨੂੰ ਗੱਦੀ ਦਾ ਸਹੀਦਾਰ ਹੱਕਦਾਰ ਸਮਝਦਾ ਸੀ, ਜੋ ਦਰਅਸਲ ਨਾ ਤਾਂ ਜੱਦੀ ਸੀ ਅਤੇ ਨਾ ਹੀ ਆਪਣੇ ਜ਼ੋਰ ਜ਼ਬਰ ਨਾਲ ਹਾਸਲ ਕੀਤੀ ਜਾ ਸਕਦੀ ਸੀ। ਗੁਰੂ ਅਰਜਨ ਦੇਵ ਜੀ ਦਾ ਵਿਰੋਧ ਕਰਨ ਲਈ ਉਸਨੇ ਯੱਕੇ ਬਾਅਦ ਦੀਗਰੇ ਕਈ ਕਾਰਨਾਮੇ ਕੀਤੇ। ਪਹਿਲਾਂ ਮੁਕਾਬਲੇ ਤੇ ਗੱਦੀ ਲਗਾਈ ਅਤੇ ਗੁਰੂ ਘਰ ਦੀ ਆਰਥਿਕ ਤੌਰ ਤੇ ਨਾਕਾਬੰਦੀ ਕੀਤੀ। ਬਾਹਰੋਂ ਆਉਣ ਵਾਲੀਆਂ ਸੰਗਤਾਂ ਤੋਂ ਆਪਣੇ ਏਜੰਟਾਂ ਰਾਹੀਂ ਗੁਰੂ ਗੱਦੀ ਭੇਟਾ ਜਾਂ ਦਸਵੰਧ ਆਪ ਰੱਖ ਲੈਣਾ ਤੇ ਲੰਗਰ ਛਕਣ ਲਈ ਗੁਰੂ ਅਰਜਨ ਦੇਵ ਜੀ ਵੱਲ ਭੇਜ ਦੇਣਾ ਅਤੇ ਆਪਣੇ ਏਜੰਟਾਂ ਰਾਹੀਂ ਗੁਰੂ ਅਰਜਨ ਦੇਵ ਜੀ ਦੇ ਵਿਰੁੱਧ ਵੱਡੀ ਪੱਧਰ ਤੇ ਪ੍ਰਚਾਰ ਕਰਨਾ ਇਸ ਦੇ ਹੱਥ ਕੰਡੇ ਸਨ। ਭਾਈ ਗੁਰਦਾਸ ਜੀ ਅਤੇ ਬਾਬਾ ਬੁੱਢਾ ਜੀ ਆਦਿਕ ਸਿੱਖ ਮੁਖੀਆਂ ਨੇ ਮੌਕੇ ਮੁਤਾਬਕ ਬੜਾ ਸ਼ਲਾਘਾਯੋਗ ਪ੍ਰਚਾਰ ਕੀਤਾ, ਜਿਸ ਦੇ ਨਾਲ ਪ੍ਰਿਥੀ ਚੰਦ ਮੀਨੇ ਦਾ ਫਾਜ ਉਗੜ ਗਿਆ ਅਤੇ ਸੰਗਤਾਂ ਨੇ ਉਸ ਨੂੰ ਮੂੰਹ ਲਾਉਣਾ ਬੰਦ ਕਰ ਦਿੱਤਾ। ਇਸ ਦੇ ਮਨ ਦੀ ਈਰਖਾ ਅਤੇ ਲੋਭ ਗੁਰਗੱਦੀ ਦੀ ਸ਼ਾਨ ਅਤੇ ਚੜ੍ਹਦੀ ਕਲਾ ਨਹੀਂ ਸਨ ਸਹਾਰ ਸਕਦੇ। ਇਸ ਲਈ ਇਸ ਨੇ ਗੁਰੂ ਅਰਜਨ ਪਾਤਸ਼ਾਹ ਦਾ ਵਿਰੋਧ ਕਿਸੇ ਨਾ ਕਿਸੇ ਢੰਗ ਨਾਲ ਜਾਰੀ ਰੱਖਿਆ। ਉਸ ਨੇ ਮਹੇਸ਼ ਦਾਸ ਬ੍ਰਾਹਮਣ ਅਥਵਾ ਬੀਰਬਲ, ਜੋ ਕਿ ਅਕਬਰ ਦਾ ਦਰਬਾਰੀ ਸੀ, ਨਾਲ ਵੀ ਗੱਠਜੋੜ ਕੀਤਾ। ਕਈ ਦਰਬਾਰੀਆਂ ਅਤੇ ਕੱਟੜ ਮੁਸਲਮਾਨਾਂ ਦੇ ਘਨ
ਕੰਨ ਗੁਰਗੱਦੀ ਦੇ ਖਿਲਾਫ ਭਰੇ ਇੱਕ ਬੜਾ ਵੱਡਾ ਸ਼ਿਕਾਇਤਨਾਮਾ ਤਿਆਰ ਕਰਵਾ ਕੇ ਅਕਬਰ ਬਾਦਸ਼ਾਹ ਦੇ ਪੇਸ਼ ਕੀਤਾ। ਅਕਬਰ ਬਾਦਸ਼ਾਹ ਦੀ ਪੜਤਾਲ ਨੇ ਪ੍ਰਿਥੀ ਚੰਦ ਨੂੰ ਬਹੁਤ ਜਲੀਲ ਕੀਤਾ ਤੇ ਪ੍ਰਗਟ ਤੌਰ ਤੇ ਝੂਠਾ ਸਾਬਤ ਕਰ ਦਿੱਤਾ। ਇਸ ਨੇ ਮੁਕਾਬਲੇ ਵਿੱਚ ਆਪਣੇ ਸੋਹਰੇ ਪਿੰਡ ਹੀਹਰ ਵਿਖੇ ਹਰਮੰਦਰ ਸਾਹਿਬ ਦੀ ਨਕਲ ਉੱਤੇ ਸਰੋਵਰ ਵਿੱਚ ਡੇਰਾ ਬਣਵਾਇਆ, ਜਿਸ ਦਾ ਨਾਮ ਦੂਖ ਨਿਵਾਰਨ ਰੱਖਿਆ, ਪਰ ਇਹ ਪੱਜ ਵੀ ਕਾਮਯਾਬ ਨਾ ਹੋ ਸਕਿਆ। ਹਰ ਮਾੜੇ ਕੰਮ ਵਿੱਚ ਮਦਦ ਦੇਣ ਵਾਲਾ ਮਹੇਸ਼ ਦਾਸ ਬ੍ਰਾਹਮਣ ਵੀ ਫਰਵਰੀ 1586 ਵਿੱਚ ਇੱਕ ਜੰਗ ਵਿੱਚ ਮਾਰਿਆ ਜਾ ਚੁੱਕਾ ਸੀ। ਪ੍ਰਿਥੀ ਚੰਦ ਦੇ ਮਨ ਵਿੱਚ ਸ਼ਾਇਦ ਗੁਰੂ ਅਰਜਨ ਦੇਵ ਜੀ ਵਿਰੁੱਧ ਮੱਚ ਰਹੇ ਈਰਖਾ ਦੇ ਭਾਂਬੜ ਕੁਝ ਮੱਠੇ ਹੀ ਹੋ ਜਾਂਦੇ, ਕਿਉਂਕਿ ਗੁਰੂ ਅਰਜਨ ਦੇਵ ਜੀ ਦੇ ਘਰ ਕੋਈ ਔਲਾਦ ਨਾ ਹੋਣ ਦੇ ਕਾਰਨ ਉਸ ਦੇ ਮਨ ਵਿੱਚ ਇਹ ਗਲਤ ਵਿਸ਼ਵਾਸ ਉੱਠ ਪੈਂਦਾ ਸੀ ਕਿ ਗੁਰੂ ਅਰਜਨ ਦੇਵ ਜੀ ਦੇ ਪਿੱਛੋਂ ਸ਼ਾਇਦ ਗੁਰਗੱਦੀ ਉਸ ਦੇ ਪੁੱਤਰ ਮਿਹਰਵਾਨ ਨੂੰ ਹੀ ਮਿਲ ਜਾਵੇ। ਪਰ ਉਸ ਦੇ ਮੰਦੇ ਭਾਗਾਂ ਨੂੰ ਵਡਾਲੀ ਵਿਖੇ 1595 ਵਿੱਚ ਗੁਰੂ ਅਰਜਨ ਦੇਵ ਜੀ ਦੇ ਘਰ ਬਾਲਕ ਹਰਗੋਬਿੰਦ ਨੇ ਜਨਮ ਲੈ ਲਿਆ, ਜੋ ਮਗਰੋਂ ਸਿੱਖਾਂ ਦੇ 6ਵੇਂ ਗੁਰੂ ਬਣੇ। ਗੁਰੂ ਹਰਗੋਬਿੰਦ ਸਾਹਿਬ ਦੇ ਜਨਮ ਨੇ ਪ੍ਰਿਥੀ ਚੰਦ ਦੀਆਂ ਸਭ ਆਸਾਂ ਉੱਤੇ ਪਾਣੀ ਫੇਰ ਦਿੱਤਾ ਤੇ ਉਹ ਦੀ ਈਰਖਾ ਹੋਰ ਚਮਕ ਉੱਠੀ। ਜੇ ਇਹ ਈਰਖਾ ਪ੍ਰਿਥੀ ਚੰਦ ਦੇ ਮਨ ਵਿੱਚ ਨਾ ਹੁੰਦੀ ਤਾਂ ਉਹ ਸਾਰੀ ਜ਼ਿੰਦਗੀ ਬੜੇ ਸੁੱਖ ਆਰਾਮ ਨਾਲ ਰਹਿ ਸਕਦਾ ਸੀ। ਪਿੰਡ ਹੇਹਰ ਵਿਖੇ ਉਹ ਬੜੀ ਵੱਡੀ ਜ਼ਮੀਨ ਅਤੇ ਜਾਇਦਾਦ ਦਾ ਮਾਲਕ ਸੀ। ਉਸ ਨੇ ਗੁਰੂ ਅਰਜਨ ਦੇਵ ਜੀ ਨੂੰ ਕਿਸੇ ਸਾਜ਼ਿਸ਼ ਅਧੀਨ ਮਾਰ ਮਕਾਉਣ ਲਈ ਸੁਲਹੀ ਖਾਨ ਅਫਗਾਨ, ਜਿਸ ਨਾਲ ਉਸ ਦੀ ਮਿੱਤਰਤਾ ਮਹੇਸ਼ ਦਾਸ ਬ੍ਰਾਹਮਣ ਦੇ ਰਾਹੀਂ ਬਣੀ ਸੀ, ਨੂੰ ਗੁਰੂ ਚੱਕ ਦਾ ਦੌਰਾ ਕਰਵਾਉਣ ਲਈ ਰਾਜੀ ਕਰ ਲਿਆ ਸੀ। ਸੁਲਹੀ ਖਾਨ ਅਫਗਾਨ ਨਾਲ ਉਸ ਨੇ ਗੱਲ ਪੱਕੀ ਕੀਤੀ ਕਿ ਉਹ ਆਪਣੀ ਫੌਜ ਸਮੇਤ ਚੱਕ ਉੱਤੇ ਚੁੱਪ ਚਪੀਤੇ ਚੜ ਜਾਏ ਅਤੇ ਮਾਮਲਾ ਉਗਰਾਉਣ ਦੇ ਪੱਜ ਕੋਈ ਇਲਜ਼ਾਮ ਲਗਾ ਕੇ ਗੁਰੂ ਘਰ ਨੂੰ ਤਬਾਹ ਕਰ ਦੇਵੇ। ਪ੍ਰਿਥੀ ਚੰਦ ਨੇ ਅਜਿਹੇ ਹੱਲੇ ਤੋਂ ਪਹਿਲਾਂ ਸੁਲਹੀ ਖਾਨ ਅਤੇ ਉਸ ਦੀ ਫੌਜ ਦਾ ਆਪਣੇ ਡੇਰੇ ਹੇਹਰ ਵਿਖੇ ਆਓ ਭਗਤ ਦਾ ਪੂਰਾ ਪ੍ਰਬੰਧ ਕੀਤਾ। ਪਿੰਡੋਂ ਬਾਹਰ ਸੁਲਹੀ ਖਾਨ ਨੂੰ ਆਪਣੇ ਇੱਟਾਂ ਦੇ ਭੱਠੇ ਦਿਖਾਉਣ ਲਈ ਲੈ ਗਿਆ। ਕੁਦਰਤ ਕਰਤਾਰ ਦੀ ਸੁਲਹੀ ਖਾਨ ਦਾ ਘੋੜਾ ਤਰਵਕ ਕੇ ਸੁਲਹੀ ਖਾਨ ਸਮੇਤ ਬਲ ਦੇ ਭੱਠੇ ਵਿੱਚ ਜਾ ਡਿੱਗਾ ਅਤੇ ਨਤੀਜੇ ਦੇ ਤੌਰ ਤੇ ਘੋੜਾ ਅਤੇ ਸੁਲਹੀ ਖਾਨ ਥਾਂ ਤੇ ਹੀ ਖਾਕ ਹੋ ਗਏ। ਇਸ ਪਿੱਛੋਂ ਵੀ ਪ੍ਰਿਥੀ ਚੰਦ ਨੇ ਹੌਸਲਾ ਨਾ ਛੱਡਿਆ। ਪ੍ਰਿਥੀ ਚੰਦ ਅਤੇ ਚੰਦੂ ਨੇ ਮਿਲ ਕੇ ਸੁਲਹੀ ਖਾਨ ਦੇ ਭਤੀਜੇ ਸੁਲਭੀ ਖਾਨ ਨੂੰ ਗੁਰੂ ਸਾਹਿਬ ਉੱਤੇ ਹਮਲਾ ਕਰਨ ਲਈ ਤਿਆਰ ਕੀਤਾ। ਇਹ ਵਿਉਂਤ ਵੀ ਸਿਰੇ ਚੜਨ ਤੋਂ ਰਹਿ ਗਈ, ਕਿਉਂਕਿ ਰਸਤੇ ਵਿੱਚ ਦਰਿਆ ਬਿਆਸ ਦੇ ਕਿਨਾਰੇ ਤਨਖਾਹ ਦੇ ਮਾਮਲੇ ਤੇ ਸੁਲਭੀ ਖਾਨ ਦਾ ਇੱਕ ਸੈਯਦ ਨਾਲ ਝਗੜਾ ਹੋ ਗਿਆ ਅਤੇ ਉਸ ਨੇ ਸੁਲਭੀ ਖਾਨ ਨੂੰ ਉੱਥੇ ਹੀ ਥਾਂ ਰੱਖਿਆ। ਪ੍ਰਿਥੀ ਚੰਦ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਨਮ ਤੋਂ ਬਹੁਤ ਦੁਖੀ ਸੀ। ਗੁਰੂ ਹਰਗੋਬਿੰਦ ਸਾਹਿਬ ਨੂੰ ਬਚਪਨ ਵਿੱਚ ਹੀ ਆਪਣੀਆਂ ਕੁਟਲ ਚਾਲਾਂ ਨਾਲ ਮਾਰ ਮੁਕਾਉਣ ਦੇ ਯਤਨ ਉਸ ਵੱਲੋਂ ਕੀਤੇ ਗਏ। ਇੱਕ ਚੁੰਘਾਵੀ ਨੂੰ ਥਣਾ ਉੱਤੇ ਜ਼ਹਿਰ ਲਗਾ ਕੇ ਬਾਲਕ ਹਰਗੋਬਿੰਦ ਨੂੰ ਦੁੱਧ ਚੁੰਘਾਉਣ ਦੇ ਬਹਾਨੇ ਮਾਰ ਮੁਕਾਉਣ ਦੀ ਪ੍ਰੇਰਨਾ ਕੀਤੀ। ਚੁੰਘਾਵੀ ਆਪਣੇ ਥਣਾ ਉੱਤੇ ਲਗਾਏ ਤੇਜ਼ ਜ਼ਹਿਰ ਨੂੰ ਖੁਦ ਹੀ ਸਹਿਣ ਨਾ ਕਰ ਸਕੀ ਤੇ ਮਰ ਗਈ। ਤੇ ਮਰਨ ਤੋਂ ਪਹਿਲਾਂ ਪ੍ਰਿਥੀ ਚੰਦ ਦੀ ਇਸ ਕਰਤੂਤ ਤੋਂ ਵੀ ਪਰਦਾ ਚੁੱਕ ਗਈ। ਫਿਰ ਇੱਕ ਸਪੇਰੇ ਤੋਂ ਘਰ ਵਿੱਚ ਸੱਪ ਸੁਟਵਾਇਆ, ਜੋ ਬਾਲਕ ਹਰਗੋਬਿੰਦ ਤੇ ਆਪਣਾ ਡੰਗ ਚਲਾ ਕੇ ਉਹਨਾਂ ਨੂੰ ਖਤਮ ਕਰੇ। ਇਸ ਕਾਲੀ ਕਰਤੂਤ ਬਾਰੇ ਐਨ ਮੌਕੇ ਤੇ ਰੋਲਾ ਪੈ ਜਾਣ ਕਾਰਨ ਸਪੇਰੇ ਨੂੰ ਸਾਰੀ ਅਸਲੀਅਤ ਖੋਲ੍ਹਣੀ ਪਈ। ਫਿਰ ਬਾਲਕ ਹਰਗੋਬਿੰਦ ਦੇ ਇੱਕ ਖਿਡਾਵੇ ਬ੍ਰਾਹਮਣ ਨੂੰ ਪ੍ਰੇਰਨਾ ਦੇ ਕੇ
ਦਹੀਂ ਵਿੱਚ ਜ਼ਹਿਰ ਮਿਲਾ ਕੇ ਬਾਲ ਗੁਰੂ ਨੂੰ ਖਿਲਾਉਣ ਭੇਜਿਆ, ਜੋ ਬਾਲ ਗੁਰੂ ਨੇ ਖਾਣ ਤੋਂ ਇਨਕਾਰ ਕਰ ਦਿੱਤਾ ਅਤੇ ਇਸ ਦੇ ਨਾਲ ਚੀਕ ਚਿਹਾੜਾ ਪਾ ਦਿੱਤਾ। ਗੁਰੂ ਅਰਜਨ ਦੇਵ ਜੀ ਮੌਕੇ ਤੇ ਹੀ ਪੁੱਜ ਗਏ। ਸਾਰਾ ਭੇਤ ਖੁੱਲ ਗਿਆ। ਨਮੋਸ਼ੀ ਦੇ ਮਾਰੇ ਬ੍ਰਾਹਮਣ ਨੂੰ ਢਿੱਡ ਵਿੱਚ ਸੂਲ ਉੱਠਿਆ ਤੇ ਉਹ ਉੱਥੇ ਹੀ ਸਿਸਕ ਸਿਸਕ ਕੇ ਮਰ ਗਿਆ। ਮਰਦਿਆਂ ਮਰਦਿਆਂ ਉਹ ਵੀ ਸਾਰੀ ਗੱਲ ਖੋਲ ਗਿਆ। ਇਸ ਭਾਂਤ ਦੀਆਂ ਕਾਲੀਆਂ ਕਰਤੂਤਾਂ ਕਰਦਿਆਂ ਹੋਇਆਂ ਪ੍ਰਿਥੀ ਚੰਦ ਦਾ ਆਪਣਾ ਦੇਹਾਂਤ ਸੰਨ 1605 ਦੇ ਅੰਤ ਵਿੱਚ ਹੋ ਗਿਆ। ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਸੰਨ 1606 ਨੂੰ ਹੋਈ ਅਤੇ ਇਸ ਤਰ੍ਹਾਂ ਪ੍ਰਿਥੀ ਚੰਦ ਦੇ ਇਸ ਸਰੀਰ ਨੇ ਗੁਰੂ ਅਰਜਨ ਦੇਵ ਜੀ ਦੇ ਲਗਭਗ ਸਾਰੇ ਜੀਵਨ ਦੀ ਪੂਰੀ ਵਾਹ ਲਾ ਕੇ ਕਮੀਨੀ ਹੱਦ ਤੱਕ ਵੈਰ ਕਮਾਇਆ। ਇਹ ਗੁਰੂ ਪਾਤਸ਼ਾਹ ਦੇ ਹੋਰ ਵਿਰੋਧੀਆਂ ਦੇ ਨਾਲ ਮਿਲ ਕੇ ਗੁਰਗੱਦੀ ਦੇ ਵਿਰੁੱਧ ਸਾਂਝੇ ਮੁਹਾਜ ਬਣਾਉਂਦਾ ਰਿਹਾ। ਆਪਣੇ ਵੱਲੋਂ ਇਸ ਸ਼ਖਸੀਅਤ ਨੇ ਗੁਰੂ ਘਰ ਦਾ ਵਿਰੋਧ ਕਰਨ ਵਿੱਚ ਕੋਈ ਘਟ ਨਾ ਗੁਜ਼ਾਰੀ। ਉਂਝ ਸ਼ਹਾਦਤ ਦੇ ਮਾਮਲੇ ਵਿੱਚ ਉਸ ਦਾ ਕੋਈ ਹੱਥ ਨਹੀਂ। ਆਪਣੇ ਸੁਤੰਤਰ ਯਤਨਾਂ ਨਾਲ ਉਹ ਪੰਜਵੇਂ ਤੇ ਛੇਵੇਂ ਸਤਿਗੁਰੂ ਨੂੰ ਧੋਖੇ ਨਾਲ ਮਾਰ ਮਕਾਉਣ ਦੇ ਵੱਸ ਲੱਗਦੇ ਸਭ ਸਾਧਨ ਵਰਤਦਾ ਰਿਹਾ, ਪਰ ਸਫਲ ਨਾ ਹੋ ਸਕਿਆ। ਉਪਰੋਕਤ ਸਾਰੇ ਬਿਆਨ ਵਿੱਚ ਗੁਰੂ ਪਾਤਸ਼ਾਹ ਦੀ ਸ਼ਹੀਦੀ ਦੇ ਪ੍ਰਮੁੱਖ ਕਾਰਨ ਦੇ ਨਾਲ ਨਾਲ ਗੁਰੂ ਸਾਹਿਬ ਦੇ ਵਿਰੋਧੀਆਂ ਵੱਲੋਂ ਨਿਭਾਏ ਰੋਲ ਦੀ ਵੀ ਖੁੱਲੀ ਚਰਚਾ ਕੀਤੀ ਗਈ ਹੈ। ਸੰਖੇਪ ਜੀਵਨ ਸ੍ਰੀ ਗੁਰੂ ਅਰਜਨ ਦੇਵ ਜੀ 15 ਅਪ੍ਰੈਲ 1563 ਨੂੰ ਸ੍ਰੀ ਗੁਰੂ ਰਾਮਦਾਸ ਜੀ ਦੇ ਗ੍ਰਹਿ ਵਿਖੇ ਮਾਤਾ ਭਾਨੀ ਜੀ ਦੀ ਕੁੱਖੋਂ ਗੋਇੰਦਵਾਲ ਵਿੱਚ ਜਨਮ ਲਿਆ। ਇੱਥੇ 11 ਸਾਲ ਰਹੇ। 11 ਸਾਲ ਦੀ ਉਮਰ ਤੋਂ ਚੱਕ ਗੁਰੂ ਅੰਮ੍ਰਿਤਸਰ ਵਿੱਚ ਗੁਰੂ ਰਾਮਦਾਸ ਜੀ ਦੇ ਨਾਲ ਆ ਗਏ। 18 ਸਾਲ ਦੀ ਉਮਰ ਵਿੱਚ ਅਗਸਤ 1581 ਨੂੰ ਗੁਰਗੱਦੀ ਮਿਲੀ। ਗੁਰਿਆਈ ਤੋਂ ਪਿੱਛੋਂ ਪਿਤਾ ਗੁਰੂ ਰਾਮਦਾਸ ਜੀ ਨਾਲ ਗੋਇੰਦਵਾਲ ਆ ਗਏ। ਗੁਰੂ ਰਾਮਦਾਸ ਜੀ ਦੇ ਜੋਤੀ ਜੋਤ ਸਮਾਉਣ ਉਪਰੰਤ 12 ਸਤੰਬਰ 1581 ਨੂੰ ਦਸਤਾਰਬੰਦੀ ਦੀ ਰਸਮ ਹੋਈ। ਇਸ ਸਮੇਂ ਹੀ ਭੱਟ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਇੱਥੇ ਆਏ। ਉਹਨਾਂ ਦੀ ਗਿਣਤੀ 11 ਸੀ। ਸਤੰਬਰ 1581 ਵਿੱਚ ਵਾਪਸ ਚੱਕ ਗੁਰੂ ਅੰਮ੍ਰਿਤਸਰ ਆ ਗਏ। ਇੱਥੇ 8 ਸਾਲ ਰਹੇ। ਪ੍ਰਿਥੀ ਚੰਦ ਨੇ ਗੁਰਗੱਦੀ ਨਾ ਮਿਲਣ ਦੇ ਦੁੱਖ ਵਿੱਚ ਗੁਰੂ ਜੀ ਦਾ ਵਿਰੋਧ ਕਈ ਸਾਜ਼ਿਸ਼ਾਂ ਰਚੀਆਂ, ਪਰ ਸਫਲਤਾ ਨਾ ਹੋਈ। ਰਾਗੀ ਬਲਵੰਡ ਅਤੇ ਸੱਤੇ ਦਾ ਹੰਕਾਰ ਦੂਰ ਕੀਤਾ। ਦੋਹਾਂ ਰਾਗੀਆਂ ਨੇ ਗੁਰੂ ਨਾਨਕ ਪਾਤਸ਼ਾਹ ਦੀ ਸ਼ਾਨ ਵਿੱਚ ਕੁਬੋਲ ਬੋਲਣ ਦੀ ਮੁਆਫੀ ਮੰਗੀ। ਭਾਈ ਲੱਦਾ ਜੀ ਪਰ ਉਪਕਾਰੀ ਨੇ ਇਹਨਾਂ ਦੀ ਭੁੱਲ ਬਖਸ਼ਵਾਈ ਸੀ। ਫਿਰ ਇਹਨਾਂ ਨੇ ਗੁਰੂ ਉਪਮਾ ਵਿੱਚ 8 ਪੌੜੀਆਂ ਦੀ ਵਾਰ ਲਿਖੀ, ਜੋ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਅਕਤੂਬਰ 1588 ਵਿੱਚ ਹਰਮੰਦਰ ਸਾਹਿਬ ਦੀ ਨੀਂਹ ਕੱਤਕ ਸੁਦੀ 5 ਸੰਮਤ 1645 ਨੂੰ ਰੱਖੀ। ਵਿਆਹ ਸੰਮਤ 1636 ਵਿੱਚ ਪਿੰਡ ਮਊ ਤਹਿਸੀਲ ਫਲੋਰ ਦੇ ਵਸਨੀਕ ਸ਼੍ਰੀ ਕ੍ਰਿਸ਼ਨ ਚੰਦ ਜੀ ਦੀ ਸਪੁੱਤਰੀ ਮਾਤਾ ਗੰਗਾ ਦੇਵੀ ਜੀ ਨਾਲ ਹੋਇਆ। ਮਾਝੇ ਦੇ ਪਿੰਡਾਂ ਦੀ ਸੰਭਾਲ ਵਿਸਾਖ ਸੰਮਤ 1647 ਸੰਨ 1590 ਤੋਂ ਦੱਖਣ ਪਾਸੇ ਤਰਨਤਾਰਨ ਵਸਾਇਆ। ਖਡੂਰ, ਗੋਇੰਦਵਾਲ, ਸਰਹਾਲੀ, ਖਾਨਪੁਰ ਆਦਿਕ ਇਲਾਕਿਆਂ ਵਿੱਚ ਪ੍ਰਚਾਰ ਕਰਦੇ ਰਹੇ। ਬਿਆਸਾ ਤੋਂ ਪਾਰ ਚੜ੍ਹਦੇ ਪਾਸੇ ਸੰਨ 1593 ਵਿੱਚ ਕਰਤਾਰਪੁਰ ਵਸਾਇਆ। ਦੁਆਬੇ ਵਿੱਚ ਅਨੇਕਾਂ ਸਰਵਰਗੇ ਸਿੱਖ ਬਣੇ। ਲਹਿੰਦੇ ਪਾਸੇ ਵਡਾਲੀ ਗਏ। ਇੱਥੇ ਹਰਗੋਬਿੰਦ ਸਾਹਿਬ ਦਾ ਜਨਮ ਹੋਇਆ। ਸਖਤ ਔੜ ਲੱਗੀ ਹੋਈ ਸੀ। ਅਨੇਕਾਂ ਪਿੰਡਾਂ ਵਿੱਚ ਖੂਹ ਲਗਵਾਏ। ਲਾਹੌਰ ਵਿੱਚ ਕਾਲ ਪੈ ਗਿਆ, ਜਿਸ ਕਾਰਨ ਸ਼ਹਿਰ ਨਿਵਾਸੀ ਭੁੱਖ ਅਤੇ ਬਹੁਤ ਸਾਰੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਗਏ। ਗੁਰੂ ਜੀ ਲਾਹੌਰ ਗਏ, ਕਾਲ ਪੀੜਤਾਂ ਦੀ ਸਹਾਇਤਾ ਕੀਤੀ। ਰਾਵੀ ਦੇ ਨਾਲ ਨਾਲ ਮੱਦਰ, ਜੰਬਰ, ਚੂਨੀਆਂ, ਬਹਿੜਵਾਲ ਆਦਿਕ ਪਿੰਡਾਂ ਕਸਬਿਆਂ ਵਿੱਚੋਂ ਦੀ
ਗੋਇੰਦਵਾਲ ਪਹੁੰਚੇ। ਇੱਥੇ ਹੀ ਲਾਹੌਰੋਂ ਵਾਪਸ ਆਉਂਦਾ ਹੋਇਆ ਅਕਬਰ 1598 ਦੇ ਅਖੀਰ ਵਿੱਚ ਮਿਲਿਆ। ਗੁਰਦੇਵ ਨੇ ਕਿਸਾਨਾਂ ਦਾ ਮਾਮਲਾ ਮਾਫ ਕਰਵਾਇਆ। ਪਹਾੜ ਪਾਸੇ ਅੰਮ੍ਰਿਤਸਰ ਥੋੜਾ ਚਿਰ ਠਹਿਰ ਕੇ ਸੈਂਸਰਾ, ਡੇਰਾ ਬਾਬਾ ਨਾਨਕ, ਕਰਤਾਰਪੁਰ, ਕਲਾਨੌਰ, ਬਾਠ ਆਦਿਕ ਪਿੰਡਾਂ ਵਿੱਚ ਪ੍ਰਚਾਰ ਦੌਰਾ ਲਾ ਕੇ ਸੰਨ 1601 ਦੇ ਸ਼ੁਰੂ ਵਿੱਚ ਵਾਪਸ ਅੰਮ੍ਰਿਤਸਰ ਆ ਗਏ। ਇੱਥੇ ਹੀ ਗੁਰੂ ਹਰਗੋਬਿੰਦ ਸਾਹਿਬ ਨੂੰ ਸੀਤਲਾ ਨਿਕਲੀ। ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਕੀਤੀ। ਭਾਦਰੋਂ ਸੁਦੀ 1 ਸੰਮਤ 1661 ਸਤੰਬਰ 1604 ਨੂੰ ਹਰਮੰਦਰ ਸਾਹਿਬ ਵਿੱਚ ਪਹਿਲਾ ਪ੍ਰਕਾਸ਼ ਬਾਬਾ ਬੁੱਢਾ ਜੀ ਨੂੰ ਗ੍ਰੰਥੀ ਥਾਪਿਆ। ਸ਼ਹੀਦੀ ਇਸੇ ਪੁਸਤਕ ਵਿੱਚ ਵਿਸਤਾਰ ਸਹਿਤ ਬਿਆਨੇ ਕਾਰਨਾਂ ਕਰਕੇ ਜਹਾਂਗੀਰ ਦੇ ਸਮੇਂ ਅਨੇਕਾਂ ਤਸੀਹੇ ਦੇ ਕੇ 30 ਮਈ 1606 ਨੂੰ ਆਪ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ। ਗੁਰੂ ਅਰਜਨ ਸਾਹਿਬ ਦੀ ਬਾਣੀ। ਗੁਰੂ ਰਾਮਦਾਸ ਜੀ ਵਾਂਗ ਗੁਰੂ ਅਰਜਨ ਸਾਹਿਬ ਜੀ ਨੇ 30 ਰਾਗਾਂ ਵਿੱਚ ਬਾਣੀ ਲਿਖੀ, ਜਿਸ ਦਾ ਵੇਰਵਾ ਇਉਂ ਹੈ। ਸ਼ਬਦ 1345, ਅਸ਼ਟਪਦੀਆਂ 62, ਸ਼ੰਤ 63। ਗੁਰੂ ਗ੍ਰੰਥ ਸਾਹਿਬ ਜੀ ਦੀਆਂ ਕੁੱਲ 22 ਵਾਰਾਂ ਵਿੱਚੋਂ ਗੁਰੂ ਅਰਜਨ ਸਾਹਿਬ ਦੀਆਂ 6 ਵਾਰਾਂ ਹੇਠ ਲਿਖੇ ਰਾਗਾਂ ਵਿੱਚ ਦਰਜ ਹਨ। ਗੌੜੀ, ਗੂਜਰੀ, ਜੈਸਰੀ, ਰਾਮਕਲੀ, ਮਾਰੂ ਅਤੇ ਬਸੰਤ। ਇਹਨਾਂ ਤੋਂ ਇਲਾਵਾ ਗੁਰੂ ਅਰਜਨ ਦੇਵ ਜੀ ਨੇ ਹੇਠ ਲਿਖੀਆਂ ਉਚੇਚੀਆਂ ਬਾਣੀਆਂ ਵੀ ਲਿਖੀਆਂ। ਸ੍ਰੀ ਰਾਗ ਵਿੱਚ ਪਹਿਰੇ ਇੱਕ ਸ਼ਬਦ, ਮਾਝ ਵਿੱਚ 12 ਮਾਹਾਂ 14 ਪੌੜੀਆਂ, ਦਿਨ ਰੈਣ। ਗੌੜੀ ਵਿੱਚ 52 ਅੱਖਰੀ 57 ਸਲੋਕ ਅਤੇ 55 ਪੌੜੀਆਂ। ਸੁਖਮਨੀ 24 ਸਲੋਕ ਤੇ 24 ਅਸ਼ਟਪਦੀਆਂ। ਥਿੱਤੀ ਆਸਾ ਵਿੱਚ ਬਿਰਹੜੇ 3 ਸ਼ਬਦ, ਸੂਹੀ ਵਿੱਚ ਗੁਣਵੰਤੀ 1 ਸ਼ਬਦ, ਮਾਰੂ ਵਿੱਚ ਅੰਜੁਲੀਆਂ 16 14 ਸ਼ਬਦ। ਰਾਗਾਂ ਦੇ ਮੁੱਕਣ ਤੇ ਹੇਠ ਲਿਖੀਆਂ ਹੋਰ ਉਚੇਚੀਆਂ ਬਾਣੀਆਂ ਗੁਰੂ ਅਰਜਨ ਸਾਹਿਬ ਦੀਆਂ ਹਨ। ਸ਼ਲੋਕ ਸੰਸਕ੍ਰਿਤੀ 67, ਗਾਥਾ 24, ਫੁਣਹੇ 23, ਚੌਬੋਲੇ 11, ਸਵਈਏ 9, ਸਵਈਏ 11। ਇਹਨਾਂ ਤੋਂ ਇਲਾਵਾ ਸ਼ਲੋਕ ਵੀ ਹਨ ਜੋ ਵਾਰਾਂ ਦੀਆਂ ਪੌੜੀਆਂ ਦੇ ਨਾਲ ਦਰਜ ਹਨ। ਉਹਨਾਂ ਸਾਰੇ ਸ਼ਲੋਕਾਂ ਦੀ ਗਿਣਤੀ 255 ਹੈ। ਇਹਨਾਂ ਵਾਰਾਂ ਤੋਂ ਵਧੇ ਹੋਏ ਸ਼ਲੋਕਾਂ ਦਾ ਸੰਗ੍ਰਹਿ ਗੁਰੂ ਗ੍ਰੰਥ ਸਾਹਿਬ ਦੇ ਅਖੀਰ ਤੇ ਦਰਜ ਹੈ। ਉਹਨਾਂ ਦੀ ਗਿਣਤੀ 22 ਹੈ। ਸਾਰੇ ਰਲਾ ਕੇ ਗੁਰੂ ਅਰਜਨ ਸਾਹਿਬ ਦੇ 277 ਸ਼ਲੋਕ ਹਨ। ਇਹਨਾਂ ਦੀਆਂ 6 ਵਾਰਾਂ ਦੀਆਂ ਕੁੱਲ 110 ਪੌੜੀਆਂ ਹਨ। ਨੋਟ: ਗੌੜੀ ਕੀ ਵਾਰ ਮਹਿਲਾ ਚੌਥਾ ਵਿੱਚ 5 ਗੁਰੂ ਅਰਜਨ ਸਾਹਿਬ ਜੀ ਦੀਆਂ ਪੌੜੀਆਂ। ਸਾਰੰਗ ਕੀ ਵਾਰ ਮਹਿਲਾ ਚੌਥਾ ਵਿੱਚ 1 ਪੌੜੀ ਗੁਰੂ ਅਰਜਨ ਸਾਹਿਬ ਦੀ। ਮਲਾਰ ਕੀ ਵਾਰ ਮਹਿਲਾ ਪਹਿਲਾ ਵਿੱਚ ਪੌੜੀ ਗੁਰੂ ਅਰਜਨ ਸਾਹਿਬ ਦੀ। ਕੁੱਲ ਜੋੜ ਪੌੜੀਆਂ ਦਾ 117। ਨੋਟ: ਸ਼ਲੋਕ ਕਬੀਰ ਜੀ ਵਿੱਚ 5 ਸ਼ਲੋਕ ਗੁਰੂ ਅਰਜਨ ਸਾਹਿਬ ਦੇ। ਸ਼ਲੋਕ ਫਰੀਦ ਜੀ ਵਿੱਚ 8 ਸ਼ਲੋਕ ਗੁਰੂ ਅਰਜਨ ਸਾਹਿਬ ਦੇ। ਕੁੱਲ ਜੋੜ ਸ਼ਲੋਕਾਂ ਦਾ 277 ਜਮਾ 5 ਜਮਾ 8 ਬਰਾਬਰ 290 ਸ਼ਲੋਕ। ਪੁਸਤਕ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ, ਭਾਗ ਚੌਥਾ। ਲੇਖਕ ਸਰਦਾਰ ਮਹਿੰਦਰ ਸਿੰਘ ਜੋਸ਼। ਆਵਾਜ਼ ਸੰਦੀਪ ਸਿੰਘ ਖਾਲੜਾ। ਹੋਈ ਭੁੱਲ ਦੀ ਖਿਮਾ ਬਖਸ਼ੋ ਜੀ। ਆਪ ਸੁਣੋ, ਅਗਾਂਹ ਸ਼ੇਅਰ ਕਰੋ ਅਤੇ ਚੈਨਲ ਸਬਸਕ੍ਰਾਈਬ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।